ਸਭ 'ਚ ਵਿਉ ਪੈ ਗਈ। ਦੇਖੋ ਜੀ ਰੋਲ ਆਉਂਦਾ ਜੀ ਗੱਲਾਂ ਸੁਣ ਕੇ ਤੇ ਕਰਕੇ। ਇਹ ਨੌਜਵਾਨਾਂ ਧੀਆਂ ਦੀਆਂ ਬਾਹਾਂ ਫੜ ਕੇ ਲੈ ਕੇ ਗਏ ਨੇ, ਸਾਹਮਣੇ ਬਾਹਾਂ ਫੜ ਕੇ ਲੈ ਕੇ ਗਏ ਨੇ ਜੀ, ਪਰ ਜ਼ੋਰ ਨਹੀਂ ਚੱਲਿਆ। ਸਾਨੂੰ ਤਾਂ ਜੀ ਇਹੋ ਜਿਹੀ ਚੀਜ਼ ਹੈ ਜੋ ਕਪੂਰ ਸੇ ਤੇ ਪ੍ਰੀਤਮ ਸੇ ਸੀ ਸਾਡੇ ਪਾਸੇ ਤਾਂ ਉਹ ਦੂਜੇ ਰੱਬ। ਵਾਹ। ਕਿਉਂ? ਜਿਨ੍ਹਾਂ ਨੇ ਸਾਡੀਆਂ ਜਾਨਾਂ ਬਚਾਈਆਂ, ਤੇ ਨਹੀਂ ਸਾਨੂੰ ਜਾਨਾਂ ਬਚਣ ਨੂੰ ਕੋਈ ਟਿਕਾਣਾ ਨਹੀਂ ਸੀ। ਉਹਨਾਂ ਨੇ ਆਪਦੀ ਥੇੜੀ ਤੇ ਧਰੀ ਪਹਿਲਾਂ, ਬਿਲਕੁਲ, ਫਿਰ ਸਾਨੂੰ ਬਚਾਇਆ ਸੀ। ਉਹ ਵੀ ਤਗੜੇ ਲੈ ਗਿਆ, ਸਾਰਿਆਂ ਨੂੰ ਲੈ ਗਿਆ। ਉੱਥੇ ਫਿਰ ਜਾ ਕੇ ਉਹ ਸਾਨੂੰ ਭਾਈ ਅੰਮ੍ਰਿਤ ਵੀ ਛਕਾਇਆ। ਬਾਕੀ ਇਹ ਗੱਲ ਕਹੀ ਵੀ ਜੇ ਇਹਨਾਂ ਨੂੰ ਕੋਈ ਬੁਰਾ ਭਲਾ ਖਵਾਇਆ ਨਾ, ਤੁਸੀਂ ਆਪਦੇ ਆਪ ਨੂੰ ਸੋਚ ਲਿਓ। ਅੱਛਾ। ਉੱਥੇ ਵੀ ਤੁਹਾਡੇ ਨਾਮ ਬਦਲੇ? ਉੱਥੇ ਸਾਡੇ ਨਾਂ ਬਦਲੇ ਦਾਨੇ ਵਾਲੇ 'ਚ। ਉੱਥੇ ਤੁਸੀਂ ਬਣ ਗਏ ਰੂਪ ਸਿੰਘ। ਤੁਹਾਡੇ ਇੱਕ ਮਾਈ ਮਿਲੀ ਮੈਨੂੰ ਘਰਾਂਗਣੇ ਦੀ, ਉਹ ਮੈਨੂੰ ਕਹਿੰਦੀ ਜਵਾਨਾ ਕਿਹੜਾ ਪਿੰਡ ਆ? ਮੈਂ ਕਿਹਾ ਜੀ ਮੋਫਰਾ ਮੇਰਾ ਪਿੰਡ। ਤੇ ਮੈਂ ਕਿਹਾ ਜੀ ਤੁਹਾਡਾ ਪਿੰਡ? ਕਹਿੰਦੀ ਸਾਡਾ ਪਿੰਡ ਦਾ ਘਰਾਂਗਣਾ ਹੈ। ਮੈਂ ਕਿਹਾ ਜੀ ਘਰਾਂਗਣੇ ਦਾ ਮੈਂ ਜਾਂਦਾ ਰਹਿਣਾ, ਬਹੁਤ ਜਾਂਦਾ ਰਹਿਣਾ। ਉਹ ਮੈਨੂੰ ਇੱਕਦਮ ਪੁੱਛਦੀ ਹੈ, ਕਹਿੰਦੀ ਐਂ ਦੱਸ ਉੱਥੇ ਉਹ ਬੋਰਡ ਖੜਾ ਹੈ ਟੋਬੇ ਦੇ ਉੱਪਰ। ਤੇ ਹੋਰ ਮੈਂ ਇੱਕ ਸਾਡੇ ਤਾਇਆ ਜੀ ਚਾਨਣ ਖਾਂ ਸੀ ਪਲਛੀਆਂ ਤੋਂ, ਉਹਨਾਂ ਦੇ ਭੈਣ ਸੀ ਉੱਥੇ ਚਿਸ਼ਤੀਆਂ ਮੰਡੀ। ਮੈਂ ਉੱਥੇ ਗਿਆ ਤਾਂ ਉਹ ਇਹ ਮੰਨੋ ਕਿ ਜਿਸ ਤਰ੍ਹਾਂ ਗਾਂ ਬਛਰੂ ਨੂੰ ਚੜਦੀ ਹੁੰਦੀ ਹੈ, ਇਸ ਤਰ੍ਹਾਂ ਦਾ ਪਿਆਰ ਔਰ ਮੁਹੱਬਤ ਮੈਨੂੰ ਉੱਥੇ ਮਿਲਿਆ। ਮੈਂ ਅੱਜ ਆਇਆ ਜੀ ਪਿੰਡ ਆਨੰਦਗੜ੍ਹ ਵਿੱਚ। ਇਹ ਪਿੰਡ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਜੀ। ਜਦੋਂ ਅਸੀਂ ਮਾਨਸਾ ਤੋਂ ਸਿਰਸਾ ਰੋਡ 'ਤੇ ਜਾਂਦੇ ਹਾਂ, ਝਨੀਰ ਤੋਂ ਖੱਬੇ ਹੱਥ ਬਹੇ ਨੂੰ ਜਾਂਦੇ ਹਾਂ, ਤਕਰੀਬਨ ਝਨੀਰ ਤੋਂ 4-5 ਕਿਲੋਮੀਟਰ ਦੂਰ ਹੈ ਜੀ। 8 ਕਿਲੋਮੀਟਰ। 8 ਕਿਲੋਮੀਟਰ ਦੂਰ ਪਿੰਡ ਹੈ ਜੀ ਆਨੰਦਗੜ੍ਹ। ਅਤੇ ਮੇਰੇ ਜਿਹੜੇ ਨਾਲ ਬਜ਼ੁਰਗ ਬੈਠੇ ਨੇ, ਇਹਨਾਂ ਕੋਲ ਵੀ 47 ਦੇ ਆਰ ਪਾਰ ਦੀਆਂ ਕਈ ਗੱਲਾਂ ਨੇ। ਉਹ ਗੱਲਾਂ ਨੂੰ ਰਿਕਾਰਡ ਕਰਨ ਲਈ ਮੈਂ ਅੱਜ ਇਸ ਪਿੰਡ ਵਿੱਚ ਆਇਆ। ਲਓ ਜੀ, ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਤਾਂ ਜੀ ਬਾਬਾ ਜੀ ਸਲਾਮ ਤੁਹਾਨੂੰ। ਵਾਲੇਕਮ ਸਲਾਮ ਜੀ। ਇਹ ਕੀ ਸ਼ੁਭ ਨਾਮ ਜੀ ਤੁਹਾਡਾ? ਮੇਰਾ ਨਾਮ ਹੈ ਜੀ, ਜੋ ਪਹਿਲਾਂ ਦਾ ਹੈ ਮੇਰੇ ਮਾਂ ਪਿਓ ਦਾ ਰੱਖਿਆ ਹੋਇਆ, ਉਹ ਤਾਂ ਸੀ ਜੀ ਰਮਜ਼ਾਨ ਜੀ। ਜੋ 47 ਦੇ ਵਿੱਚ ਹੱਲਾ ਚੱਲੀ ਹੋਈ ਜੀ, ਉਦੋਂ ਫਿਰ ਜੀ ਸਾਡਾ ਨਾਮ ਰੱਖਿਆ ਗਿਆ ਰੂਪ। ਫਿਰ ਅਸੀਂ ਸਾਡਾ ਰੂਪ ਸਿੰਘ ਰੱਖਿਆ ਗਿਆ ਸੀ। ਉਸ ਤੋਂ ਬਾਅਦ ਜਿੰਨਾ ਸਾਡਾ ਕਾਗਜ਼ਾਂ 'ਚ ਹੈ, ਅਸੀਂ ਉਦੋਂ ਫਿਰ ਇਹ ਰੂਪ ਦੀਨ ਬਣਾ ਲਿਆ। ਠੀਕ ਹੈ ਜੀ, ਠੀਕ ਹੈ। ਉਹ ਟਾਈਮ ਦੇ ਵਿੱਚ ਸਾਡਾ ਸਿੰਘ ਬਣਿਆ ਸੀ ਜੀ। ਜੀ ਬਿਲਕੁਲ ਬਿਲਕੁਲ ਜੀ। ਅਤੇ ਬਸ ਉਹ ਗੱਲਾਂ ਹੀ ਕਰਨੀਆਂ ਜੀ ਕਿ ਤੁਹਾਡਾ ਜਨਮ ਕਿਹੜੇ ਪਿੰਡ ਹੋਇਆ ਸੀ? ਇਸੇ ਪਿੰਡ ਹੈ ਜੀ। ਤੁਹਾਡਾ ਜੱਦੀ ਪੁਸ਼ਤੀ ਜੱਦੀ ਪਿੰਡ ਮੇਰਾ ਇਹ ਹੈ। ਅੱਛਾ। ਹਾਂਜੀ ਜੀ। ਇਹ ਪਿੰਡ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਕਿ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸਾਡੀਆਂ ਹੁਣ ਦੀਆਂ ਕਿ ਪਹਿਲਾਂ ਦੀਆਂ ਜੀ? ਪਹਿਲਾਂ ਦੀਆਂ ਦੱਸ ਦਿਓ। ਪਹਿਲਾਂ ਦੀਆਂ ਜੀ, ਇੱਕ ਤਾਂ ਸਾਡੇ ਨਾਈ ਸੀ ਮੁਸਲਮਾਨ ਜੀ। ਇੱਕ ਘਰ ਸਾਡੇ ਮਰਾਸੀਆਂ ਦਾ ਸੀ ਜੀ। ਤੇ ਉਹ ਤਾਂ ਸਕੀ ਸੀ ਜੀ। 3 ਘਰ ਸਾਡੇ ਤੇਲੀਆਂ ਦੇ ਸੀ ਜੀ। ਉਹ ਸਾਰੇ ਬਾਗੀ। ਬਾਕੀ ਇੱਥੇ ਜੱਟ ਆ? ਬਾਕੀ ਜੱਟ ਨੇ ਇੱਥੇ, ਮਜਬੀ ਸਿੰਘ ਨੇ, ਜੱਟ ਨੇ, ਰਮਦਾਸ ਕੇ ਸਿੰਘ ਨੇ, ਹਾਂ, ਸਾਰੀਆਂ ਕੌਮਾਂ ਨੇ ਜੀ। ਠੀਕ ਹੈ ਜੀ, ਠੀਕ ਹੈ। ਕਿੰਨੀਆਂ ਪੱਤੀਆਂ ਜੀ ਇਸ ਪਿੰਡ ਦੀਆਂ? ਇੱਥੇ 2 ਹੀ ਪੱਤੀਆਂ ਜੀ, ਮਾਛੀ ਪੱਤੀ ਤੇ ਬੁੱਧੂ ਪੱਤੀ। ਅੱਛਾ, ਇਹ ਕਿਹੜੀ ਗੋਤ ਦਾ ਪਿੰਡ ਹੈ ਵੈਸੇ? ਜੱਟਾਂ ਦੀ ਕਿਹੜੀ ਗੋਤ ਹੈ? ਇਹ ਗੋਤ ਹੈਗਾ ਜੀ ਦੰਦੀਵਾਲ। ਅੱਛਾ, ਦੰਦੀਵਾਲ ਚੌਹਾਨਾਂ ਦਾ ਪਿੰਡ ਹੈ। ਹਾਂਜੀ, ਠੀਕ ਹੈ। ਵਿੱਚੋਂ ਹੋਰ ਵੀ ਹੈਗੇ ਕਈ ਘਰ, ਤੇ ਨਹੀਂ ਟੋਟਲੀ ਦੰਦੀਵਾਲ ਹੈ ਜੀ। ਤੇ ਬਜ਼ੁਰਗੋ, ਆਪਣੇ ਬਜ਼ੁਰਗਾਂ ਦੇ ਨਾਮ ਵੀ ਦੱਸ ਦਿਓ। ਜਿਹੜਾ ਸਾਡਾ ਦਾਦਾ ਸੀ ਜੀ, ਉਹਦਾ ਨਾਮ ਸੀ ਰੋਸ਼ਨ ਜੀ। ਮੇਰਾ ਬਾਪੂ ਸੀ ਜਿਹੜਾ ਨਵਾਬਦੀਨ। ਮੇਰਾ ਚਾਚਾ ਸੀ ਜਿਹੜਾ ਨੇਕਦੀਨ। ਅੱਛਾ, ਜਿਹੜਾ ਦੂਜਾ ਪਰਿਵਾਰ ਸੀ ਸਾਡਾ, ਮੇਰਾ ਭਾਈ ਸਾਹਿਬ ਬੈਠਾ ਹੈ ਜੀ। ਮੇਰੇ ਚਾਚੇ ਦਾ ਨਾਮ ਸੀ ਉਸੀ ਤਾਂ ਆਮ ਤਾਂ ਅਸੀਂ ਘੋਟੀ ਕਹਿੰਦੇ ਸੀ ਉਹਨੂੰ ਜੀ। ਤੇ ਇੱਕ ਦੇ ਮੇਰੇ ਚਾਚੇ ਦਾ ਨਾਮ ਸੀ ਗਨੀ। ਇੱਕ ਮੇਰਾ ਤਾਇਆ ਸੀ, ਇਹਨਾਂ ਦਾ ਤਾਇਆ ਸੀ ਜਿਹੜਾ, ਉਹਦੇ ਨਾਮ ਸੀ ਮੇਹਰਦੀਨ। ਠੀਕ ਹੈ ਜੀ। ਹਾਂਜੀ। ਆਪਣੀ ਕਿਹੜੀ ਬਰਾਦਰੀ ਹੈ ਜੀ? ਅਸੀਂ ਮੁਸਲਮਾਨ ਬਰਾਦਰੀ ਹੈ ਜੀ। ਡੰਗ ਕਿਹੜਾ ਕੰਮਕਾਰ ਸੀ ਤੁਹਾਡਾ? ਸਾਡਾ ਕੰਮਕਾਰ ਹੈ ਜੀ, ਨਾਲੇ ਤਾਂ ਸਾਡਾ ਜ਼ਿਮੀਂਦਾਰਾ ਕੰਮ ਹੈ, ਜਾਇਦਾਦ ਹੈਗੀ ਸਾਡੇ ਕੋਲੇ ਜੱਦੀ।
ਠੀਕ ਹੈ ਤੇ ਨਾਲੇ ਅਸੀਂ ਪਿੰਡ ਦਾ ਕੰਮ ਕਰਦੇ ਸੀਗੇ। ਇਹ ਜਿਹੜਾ ਲੋਹਾਰਾਂ ਵਾਲਾ ਕੰਮ? ਹਾਂ ਜੀ, ਲੁਹਾਰਾਂ ਵਾਲਾ ਕੰਮ ਹੈ। ਤੇ ਜਿਹੜੇ ਮੇਰੇ ਚਾਚੇ ਹੋਰੀ ਸੀ ਮੋਫਰ, ਉਹ ਨਾਲੇ ਤਾਂ ਲੱਕੜੀ ਦਾ ਕੰਮ ਕਰਦੇ ਸੀ, ਨਾਲੇ ਲੁਹਾਰਾਂ ਵਾਲਾ ਕੰਮ ਕਰਦੇ ਸੀ। ਉਹਨਾਂ ਕੋਲੇ ਟੋਟਲ ਸਾਰਾ ਪਿੰਡ ਇੱਕੇ ਥਾਂ 'ਚ ਸੀਗਾ। ਅੱਛਾ ਅੱਛਾ। ਹਾਂਜੀ, ਤੁਹਾਡੀਆਂ ਰਿਸ਼ਤੇਦਾਰੀਆਂ ਕਿਹੜੀ ਕਿਹੜੀ ਪਿੰਡਾਂ 'ਚ ਸੀਗੀਆਂ ਜੀ ਉਦੋਂ? ਉਸ ਟਾਈਮ ਦੇ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਸੀ ਜੀ ਰੋੜੀ, ਸੂਰਤੀਆ, ਦਾਤੇਵਾਸ ਤੇ ਬਖੋਰਾ, ਇਹੋ ਜਿਹੇ ਸਨ। ਅੱਛਾ, ਇਹ ਪਿੰਡ ਮੇਰੇ ਖਿਆਲ ਡੋਗਰਾਂ ਦੇ ਪਿੰਡ ਸੀਗੇ ਜੀ? ਇਹ ਨਹੀਂ ਵੈਸੇ ਜਿਹੜੇ ਜਿਨ੍ਹਾਂ ਪਿੰਡਾਂ 'ਚ ਤੁਸੀਂ ਨਾਂ ਲਏ ਆ। ਨਹੀਂ ਜੀ, ਜ਼ਿਮੀਂਦਾਰੇ ਪਿੰਡ ਸੀ। ਇਹ ਸਿੱਖਾਂ ਦੇ ਪਿੰਡ ਸੀਗੇ? ਹਾਂ, ਇਹ ਸਿੱਖਾਂ ਦੇ ਪਿੰਡ ਸੀ। ਅੱਛਾ ਅੱਛਾ, ਹਾਂਜੀ, ਠੀਕ ਹੈ। ਇਹ 47 ਤੋਂ ਪਹਿਲਾਂ ਮਤਲਬ ਕਿਸ ਤਰ੍ਹਾਂ ਦਾ ਸੀਗਾ ਪਿਆਰ ਮੁਹੱਬਤ? ਬਹੁਤ ਜ਼ਿਆਦਾ ਸੀ ਜੀ, ਜਿੰਨਾ ਵੀ ਕਹਦੇ ਉਨਾ ਹੀ ਪਿਆਰ ਸੀ। ਬਸ ਜਿਹੜਾ ਉਹ ਮਹੀਨਾ ਆਇਆ, ਉਸ ਮਹੀਨੇ ਦੇ ਵਿੱਚ ਸਭ 'ਚ ਵਿਉਹ ਪੈ ਗਈ। ਵਾਹ। ਸਭ 'ਚ ਵਿਉਹ ਪੈ ਗਈ। ਦੇਖੋ ਜੀ, ਰੋਲ ਆਉਂਦਾ ਜੀ ਗੱਲਾਂ ਸੁਣ ਕੇ ਤੇ ਕਰਕੇ। ਇਹ ਨੌਜਵਾਨਾਂ ਧੀਆਂ ਦੀਆਂ ਬਾਹਾਂ ਫੜ ਕੇ ਲੈ ਕੇ ਗਏ ਨੇ, ਸਾਹਮਣੇ ਬਾਹਾਂ ਫੜ ਕੇ ਲੈ ਕੇ ਗਏ ਨੇ ਜੀ, ਪਰ ਜ਼ੋਰ ਨਹੀਂ ਚੱਲਿਆ। ਬੱਬਾ ਜੀ, ਉਹ ਜਦੋਂ ਸਮਾਂ ਆਇਆ, ਹਾਂਜੀ, ਉਹ ਕਲਹਿਣਾ ਸਮਾਂ ਸਾਰਿਆਂ ਲਈ ਮਾੜਾ ਸੀ। ਮਾੜਾ ਸੀ ਜੀ, ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਲੀਕੋਂ ਪਾਰ ਹਿੰਦੂ ਸਿੱਖਾਂ ਲਈ ਮਾੜਾ ਸੀ, ਮਾੜਾ ਸੀ ਜੀ, ਮੁਸਲਮਾਨਾਂ ਲਈ ਮਾੜਾ ਸੀ। ਜਦੋਂ ਕਾਨੂੰਨ ਬਣ ਗਏ, ਦੇਸ਼ ਵੰਡਿਆ ਗਿਆ, ਹਾਂਜੀ, ਫਿਰ ਜਿਨ੍ਹਾਂ ਨੂੰ ਐਂ ਲੱਗਦਾ ਸੀ ਵੀ ਹੁਣ ਸਾਡਾ ਇੱਥੇ ਕੁਝ ਨਹੀਂ ਰਹਿ ਗਿਆ, ਨਾ ਜੀ, ਫਿਰ ਉਦੋਂ ਉਸ ਵੇਲੇ ਕੁੱਤੇ ਵੀ ਸ਼ੇਰ ਬਣ ਗਏ। ਬੜੇ ਜੀ, ਸ਼ੇਰ ਬਣ ਗਏ ਜੀ, ਕੁੱਤੇ ਏਦਾਂ ਸ਼ੇਰ। ਹੋਈ ਆ। ਹਾਂ, ਏਦਾਂ ਹੋਈ। ਔਰ ਜਿਹੜੇ ਬੰਦੇ ਵਧੀਆ ਸੀਗੇ ਉਹਨਾਂ ਨੇ ਉੱਧਰ ਵੀ ਮਦਦ ਕੀਤੀ ਆ, ਇੱਧਰ ਵੀ ਮਦਦ ਕੀਤੀ। ਸਾਡਾ ਜੀ, ਅਸੀਂ ਇੱਥੇ 3-4 ਘਰ ਸੀਗੇ ਸਕਿਆਂ ਦੇ ਸਾਡੇ ਆਪ ਦੇ। ਜੀ। ਉਹ ਸਾਨੂੰ ਮੋਫਰ ਸਾਹਿਬ ਨੇ ਇਹ ਗੱਲ ਕਹੀ ਆ ਕੇ ਇੱਥੇ ਸਾਰੇ ਪਿੰਡ ਨੂੰ ਇਕੱਠਾ ਕਰਕੇ, ਜੀ ਕਹਿੰਦਾ ਵੀ ਦੇਖੋ, ਜੇ ਤਾਂ ਤੁਸੀਂ ਰੱਖ ਸਕਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ। ਜੀ। ਜੇ ਤੁਹਾਨੂੰ ਕੋਈ ਔਂਚਰ ਪੈਂਦੀ ਹੈ ਤਾਂ ਮੇਰੇ ਪਰਿਵਾਰ ਨੂੰ ਨਾ ਮੋਫਰ ਛੱਡਿਓ। ਵਾਹ ਜੀ ਵਾਹ। ਕਿਉਂਕਿ ਤੁਹਾਡਾ ਪਰਿਵਾਰ ਪਹਿਲਾਂ ਮੁਫਰ ਤੋਂ ਇੱਥੇ ਆਇਆ ਸੀ? ਇੱਥੋਂ ਮੋਫਰ ਗਿਆ ਸੀ। ਇੱਥੋਂ ਮੁਫਰ ਗਿਆ ਸੀ? ਇੱਥੋਂ ਮੋਫਰ ਗਿਆ ਸੀ। ਅੱਛਾ, ਚਲੋ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਜੀ ਕਿ ਜਿਹੜੀਆਂ ਲਹਿੰਦੇ ਪੰਜਾਬ ਤੋਂ ਵੀਡੀਓਜ਼ ਆਈਆਂ, ਜਿਹੜੇ 47 ਚ ਮੁਸਲਮਾਨ ਇਸ ਇਲਾਕੇ ਚੋਂ ਗਏ, ਉਹਨਾਂ ਨੇ ਇੱਕ ਪਰਿਵਾਰ ਦਾ ਨਾਮ ਬੜੇ ਮਾਣ ਨਾਲ ਲਿਆ, ਉਹ ਆ ਮੁਫਰ ਪਰਿਵਾਰ। ਤੇ ਹੁਣ ਆਪਾਂ ਬਜ਼ੁਰਗਾਂ ਕੋਲੋਂ ਉਸ ਪਰਿਵਾਰ ਬਾਰੇ ਜ਼ਰੂਰ ਪੁੱਛਣਾ ਜੀ। ਉਹ ਸਰਦਾਰ ਜੀ ਦਾ ਕੀ ਨਾਂ ਸੀ ਜਿਹੜੇ ਮੇਨ ਸੀਗੇ? ਉਹਦਾ ਨਾਮ ਸੀ ਜੀ ਕਪੂਰ ਸਿੰਘ। ਜਿਹੜੇ ਮੇਨ ਉਹ ਸਰਦਾਰ ਜਿਹੜੇ ਮੇਨ ਸੀ ਉਸ ਟਾਈਮ ਦੇ ਵਿੱਚ ਕਪੂਰ ਸਿੰਘ, ਤੇ ਜਿਹੜੀ ਉਹਦੀ ਬਾਂਹ ਸੀ ਖੱਬੀ, ਉਹ ਸੀ ਪ੍ਰੀਤਮ ਸਿੰਘ। ਅੱਛਾ। ਤੇ ਬਾਬਾ ਜੀ, ਉਹ ਵਾਕਈ ਵਧੀਆ ਬੰਦੇ, ਉਹਨਾਂ ਨੇ ਵਧੀਆ ਰੋਲ ਨਿਭਾਇਆ। ਬੜਾ ਨਿਭਾਇਆ ਜੀ। ਸਾਡੇ ਵਾਸਤੇ ਤਾਂ ਜੀ, ਅਸੀਂ ਵੀ ਉੱਥੇ ਬਾਗੇ ਸੀ। ਸਾਨੂੰ ਸਾਡੇ ਪਰਿਵਾਰ ਨੇ ਨਾ, ਨਗਰ ਨੇ ਥੋੜ੍ਹਾ ਜਿਹਾ ਕੰਮ ਗਏ। ਜਦੋਂ ਜ਼ਿਆਦਾ ਗੜਬੜ ਹੋ ਗਈ, ਐਂ ਖਬਰਾਂ ਆਉਣ ਲੱਗ ਗਈਆਂ ਵੀ ਜਿਹਦੇ ਘਰੇ ਮੁਸਲਮਾਨ ਹੋਇਆ ਉਹਨੂੰ, ਮੁਸਲਮਾਨ ਨੂੰ ਮਗਰੋਂ ਮਾਰਾਂਗੇ, ਘਰਾਂ ਵਾਲਿਆਂ ਨੂੰ ਪਹਿਲਾਂ ਮਾਰਾਂਗੇ। ਅੱਛਾ। ਇੱਥੋਂ ਤਾਂ ਹੀ ਗੱਲ ਹੋ ਗਈ ਜਦੋਂ ਜੀ। ਫਿਰ ਇਹ ਨਗਰ ਥੋੜ੍ਹਾ ਜਿਹਾ ਕੰਮ ਗਿਆ। ਕੰਮਿਆ ਜਾ ਕੇ ਸਰਦਾਰ ਨੂੰ ਕਹਿਣ ਲੱਗੇ ਜੀ, ਤੁਹਾਡੇ ਪਰਿਵਾਰ ਨੂੰ ਅਸੀਂ ਇੱਥੇ ਛੱਡ ਜਾਂਦੇ ਹਾਂ। ਵਾਹ। ਅੱਛਾ ਅੱਛਾ। ਤੁਸੀਂ ਕਹਿੰਦਾ ਇੱਥੇ ਛੱਡ ਜਾਓ, ਅਤੇ ਜਿਹੜੇ ਘਰ ਨੇ ਉਹਨਾਂ ਦੇ ਘਰਾਂ 'ਤੇ ਜ਼ਿੰਮੇਵਾਰੀ ਤੁਹਾਡੀ ਹੈ। ਵਾਹ ਜੀ ਵਾਹ। ਜੇ ਸੂਈ ਵੀ ਹੱਲ ਗਈ ਨਾ, ਸੂਈ ਲਊ ਥੋਤੋਂ। ਅਤੇ ਜੀ ਸਾਨੂੰ ਪਰਿਵਾਰ ਨੂੰ ਸਾਰੇ ਨੂੰ ਉੱਥੇ ਲੈ ਗਏ। ਬਸ ਇੰਨੀ ਜਗ੍ਹਾ ਸੀ, ਜਿਹੜੀ ਕੋਠੀ ਬਗੜੀ ਹੋਈ ਹੈ, ਇੰਨੀ ਜਗ੍ਹਾ ਸੀ ਜਿਹੜੇ ਦੇ ਵਿੱਚ ਅਸੀਂ 60 ਜੀ ਰਹਿੰਦੇ ਸੀ। ਅੱਛਾ। ਮਤਲਬ ਇੱਕ ਇਸ ਪਿੰਡ ਦੇ ਆਨੰਦਗੜ੍ਹ ਦੇ, ਇੱਕ ਮੁਫਰ ਦੇ, ਸਾਰੇ ਇੱਕ ਥਾਂ 'ਚ ਹੋ ਗਏ। ਇੱਕ ਥਾਂ ਦੋਨੇ ਪਿੰਡਾਂ ਦੇ ਜਾਂ ਹੋਰ ਪਿੰਡਾਂ ਦੇ ਮੁਸਲਮਾਨ? ਨਹੀਂ ਜੀ, ਹੋਰ ਨਹੀਂ, ਅਸੀਂ ਦੋਨੇ ਹੀ ਇੱਕੋ ਹੀ ਪਰਿਵਾਰ, ਬਸ ਇੱਕ ਥਾਂ 'ਚ ਜਾ ਕੇ ਬਹਿ ਗਏ। ਅੱਛਾ ਅੱਛਾ। ਹਾਂਜੀ। ਅਤੇ ਉਹ ਜਿਹੜਾ ਸੀ ਜੀ, ਥੋੜ੍ਹੀ ਜਿਹੀ ਮੈਂ ਹੋਰ ਵੀ ਤੋਰ ਦਿੰਦਾ ਗੱਲ। ਜੀ ਜੀ। ਇੱਧਰ ਸੀ ਡਾਕੂ, ਜੰਗੀਰ ਡਾਕੂ ਸੀ ਉਹ ਜਦੋਂ ਲੈ ਕੇ ਲਗਾੜਿਆਂ ਨੂੰ ਤੁਰਿਆ, ਹੋਰ ਲਗਾੜੇ ਨਾਲ ਰਲੀ ਗਏ, ਹੋਰ ਰਲੀ ਗਏ। ਉਸ ਨੇ ਇਹ ਬਿਆਨ ਕਰਿਆ ਸੀ ਵੀ ਜਿਹਦੇ ਘਰੇ ਮੁਸਲਮਾਨ ਦਾ ਬੱਚਾ ਹੋਇਆ, ਪਹਿਲਾਂ ਉਹਨਾਂ ਦੇ ਪਰਿਵਾਰ ਨੂੰ ਮਾਰਾਂਗੇ, ਮੁਸਲਮਾਨ ਨੂੰ ਮਗਰੋਂ ਮਾਰਾਂਗੇ। ਠੀਕ। ਉਹ ਫਿਰ ਜੀ ਜਦੋਂ ਹੱਲ ਗਿਆ ਕੰਮ, ਅਸੀਂ ਮੋਫਰ ਵਗ ਗਏ। ਮੋਫਰ ਅਸੀਂ ਸਾਰੇ ਪਰਿਵਾਰ ਨੇ ਇੱਕ ਥਾਂ 'ਚ ਬਹਿ ਕੇ ਰੋਟੀ ਖਾਧੀ, ਚਾਹੇ ਰੁੱਖੀ ਮਿਲ ਗਈ, ਚਾਹੇ ਮਿੱਸੀ ਮਿਲ ਗਈ, ਇੱਕ ਥਾਂ 'ਚ ਬਹਿ ਕੇ ਸਾਰੇ ਪਰਿਵਾਰ ਨੇ ਜੀ ਅਸੀਂ ਉਹ ਵਕਤ ਕੱਢਿਆ।
ਉਦੋਂ ਬਾਅਦ ਫਿਰ ਉਹ ਮੋਫਰ ਆ ਗਿਆ, ਉਹ ਜੱਸਾ ਜੀ। ਅੱਛਾ ਜੀ। ਹਾਂਜੀ, ਮੋਫਰ ਆ ਗਿਆ ਤਾਂ ਸਾਡਾ ਜਿਹੜਾ ਬਾਗਲ ਹੈਗਾ ਹੈ, ਉਹ ਮਜਬੀ ਸਿੰਘਾਂ ਦੇ ਘਰ ਦੇ ਨਾਲ ਹੈ ਜੀ। ਉਹ ਜਦੋਂ ਉੱਥੇ ਤੇਰੇ ਮੇਰੇ ਕੋਲੋਂ ਗੱਲ ਚੱਲ ਗਈ ਯਾਰ, ਕਹਿੰਦਾ ਜੇ ਇੱਥੋਂ ਆ ਵਗ ਜਾਣਾ ਤਾਂ ਇੱਥੇ ਅਸੀਂ ਥਾਈ ਪਾ ਲਈਏ। ਉਹ ਜਿਹੜੇ ਉਹ ਸੀਗੇ ਜਥੇਦਾਰ ਮਜਬੀ ਸਿੰਘਾਂ ਦੇ ਵਿਹੜੇ ਜਾ ਕੇ, ਕੋਈ ਰਮਦਾਸੀਆਂ ਦੇ ਬਾਗੇ, ਅਤੇ ਕਹਿੰਦਾ ਇੱਥੇ ਥਾਈ ਪਾ ਲਈਏ। ਉਹ ਤਾਂ ਜੀ ਫੜ ਕੇ ਢਿੱਡ ਜਿਹੜਾ ਉਹ ਜਥੇਦਾਰ ਆ ਉਹਦੇ ਕੋਲੇ ਬਾਗੇ, ਕਹਿੰਦਾ ਜੀ ਇੱਥੇ ਤੱਕ ਇਹ ਮੁਸਲਮਾਨ ਹੈਗੇ ਤਾਂ। ਅੱਛਾ। ਹਾਂ, ਕਹਿੰਦਾ ਮੁਸਲਮਾਨ ਹੈਗੇ, ਕਹਿੰਦਾ ਹਾਂਜੀ। ਉਹ ਤਾਂ ਜੀ ਚੱਕ ਕੇ ਯਾਰਾ ਡੰਡਾ ਡੇਰਾ ਸਾਰਾ ਸਰਦਾਰ ਕੋਲੇ ਬਾਗੇ। ਸਰਦਾਰ ਕੋਲੇ 20-30 ਬੰਦੇ ਬੈਠੇ ਹੁੰਦੇ ਹਰ ਟਾਈਮ। ਅੱਛਾ ਜੀ। ਹਾਂਜੀ, 20-30 ਬੰਦੇ ਬੈਠੇ ਹੁੰਦੇ। ਜਦੋਂ ਉਹ ਭਾਈ ਉੱਥੇ ਬਾਗੇ, ਜਦੋਂ ਉਹ ਕਹਿਣ ਲੱਗੇ ਵੀ ਤੇਰੇ ਪਿੰਡ ਦੇ ਵਿੱਚ ਮੁਸਲਮਾਨ ਨਾ, ਅਸੀਂ ਤਾਂ ਮੁਸਲਮਾਨਾਂ ਨੂੰ ਮਾਰ ਕੇ ਰੋਟੀ ਫੇਰ ਖਾਵਾਂਗੇ, ਅਤੇ ਬੱਕਰੇ ਰਿੱਝੀ ਜਾਣ, ਰੋਟ ਪੱਕੀ ਜਾਣ। ਅਤੇ ਕਹਿੰਦੇ ਆਪਾਂ ਯਾਰ ਜੇ ਲੜਾਈ ਕਰਨੀ ਹੈ, ਕਹਿੰਦਾ ਇੱਥੇ ਆਪਾਂ ਬਈ ਚੱਲੋ ਨਾਲੀ 'ਤੇ ਦੁਨੀਆ ਬੈਠੀ ਹੈ, ਅਤੇ ਇੱਕ ਜਵਾਕ ਰੱਖਿਆ ਕੰਮ ਵਾਸਤੇ, ਅਤੇ ਤੁਸੀਂ ਨਾ ਖੜਾ ਕਰੋ। ਉਹ ਕਹਿੰਦੇ ਜੀ ਅਸੀਂ ਰੋਟੀ ਫੇਰ ਖਾਣੀ ਹੈ, ਪਹਿਲਾਂ ਮਾਰ ਕੇ ਉਹਨਾਂ ਨੂੰ। ਅੱਛਾ ਜੀ। ਜਦੋਂ ਉਹ ਬਹੁਤ ਤਰਾਜ ਹੋ ਗਿਆ, ਉਹ ਕਹਿਣ ਲੱਗਿਆ, ਕਹਿੰਦਾ ਚੰਗਾ। ਉਹ ਸਾਹਮਣੇ ਖੂਹ ਆ, ਨਾਲ ਖੂਹ ਤੋਂ ਸਿੱਧੀ ਗਲੀ ਜਾਂਦੀ ਹੈ ਉਹਨਾਂ ਦੇ ਘਰੇ ਜੀ। ਅਤੇ 60 ਜੀ ਨੇ ਕਹਿੰਦਾ। ਠੀਕ ਹੈ। ਹਾਂਜੀ, 60 ਜੀ ਨੇ ਕਹਿੰਦਾ, ਅਤੇ ਇੱਕ ਨਹੀਂ ਹੈ। ਚਲੋ ਮੁੰਡੇ ਲਿਆਓ ਚੱਕ ਕੇ ਰਫਲਾਂ। ਉਹ ਅਸੀਂ ਤਾਂ ਆਉਂਦੇ ਹਾਂ, ਕਹਿੰਦਾ ਕੋਠਿਆਂ ਤੋਂ ਦੀ, ਤੁਸੀਂ ਸਿੱਧੇ ਆ ਜਾਓ। ਉਹ ਜੀ ਛੱਡ ਕੇ ਬਾਗੇ। ਉਹ ਵਾਹ ਜੀ। ਬਾਗੇ ਜਦੋਂ ਛੱਡ ਕੇ, ਸਾਨੂੰ ਪਲੇ ਪਲੇ ਖਬਰ ਆਉਂਦੀ ਸੀ, ਪਲੇ ਪਲੇ ਵੀ ਇੱਥੇ ਗੱਲ ਚੱਲੀ ਜਾਂਦੀ ਆ, ਇੱਥੇ ਚੱਲੀ ਜਾਂਦੀ ਆ। ਅਸੀਂ ਐਂ ਕਰੀ ਜਾਂਦੇ ਸੀ ਬੈਠੇ ਵੀ ਹੁਣ ਤਾਂ ਮੁਸ਼ਕਲ ਹੈ। ਅਤੇ ਚੱਲ ਜੀ, ਉਹ ਮਾਲਕ ਨੇ ਸਾਡੇ 'ਤੇ ਦਇਆ ਕਰੀ, ਅਤੇ ਅਸੀਂ ਅਮੀ ਜਮੀ ਰਹਿ ਗਏ ਅਤੇ ਬੈਠੇ ਹਾਂ ਜੀ। ਹੁਣ ਅਸੀਂ ਆਪਦੇ ਫਿਰ ਸਾਡੀ ਜਾਇਦਾਦ ਵੀ ਸੀ, ਜੋ ਬਾਜਰੇ ਸੇ ਐਡੇ ਐਡੇ ਭਾਦੋਂ ਦਾ ਮਹੀਨਾ ਸੀ। ਇੱਥੇ ਇੱਕ ਦੋ ਕੁ ਘਰ ਕਹਿਣ ਲੱਗੇ ਆਪਾਂ ਬਾਜਰਾ ਭੇੜ ਲਈਏ, ਐਂ ਕਰ ਲਈਏ। ਉਹ ਦੂਜੇ ਗਵਾਂਢੀ ਕਹਿਣ ਲੱਗੇ ਜੀ ਫਲਾਨੇ ਬੰਦੇ ਬਾਜਰਾ ਭੇੜਦੇ ਨੂੰ ਆਵੇ ਨਾ। ਸਰਦਾਰ ਕਹਿੰਦਾ ਉਹਨਾਂ ਨੂੰ ਜਾ ਕੇ ਕਹਿ ਦੀ ਕਿਤੇ ਧੋਖੇ 'ਚ ਨਾ ਆ ਜਾਣ। ਵਾਹ ਜੀ ਵਾਹ। ਆਹ ਸਾਡੀਆਂ ਜੀ ਹਾਲਤਾਂ ਚੱਲੀਆਂ ਨਾ। ਸਾਡੀਆਂ ਚਾਚੀਆਂ ਸੀਆਂ 2, ਉਹ ਆਪਦੇ ਪੇਕੀ ਸੀਆਂ ਉਸ ਟਾਈਮ ਦੇ ਵਿੱਚ ਬਖੋਰੇ। ਜੀ। ਬਖੋਰੇ ਦੇ ਵਿੱਚ ਜੋ ਪਰਿਵਾਰ ਸੀ ਸਾਰਾ ਮਾਰਤਾ। ਅੱਛਾ, ਮਾਰੀਆਂ ਗਈਆਂ। ਮਾਰਤਾ ਜੀ। ਅਤੇ ਜੋ ਸਾਡੀ ਮਾਸੀ ਦੀ ਭੈਣ ਸੀ ਨਾ, ਉਹ ਤੂੰ ਮੈਂ ਕਹਿਣ ਲੱਗੀ ਵੀ ਚੱਲ ਸਾਡੇ ਨਾਲ ਚੱਲ। ਉਹ ਕਹਿੰਦੀ ਮੇਰਾ ਗਲ ਕੱਟਿਆ ਜਾਵੇ, ਮੈਂ ਜਾਂਦੀ ਨਹੀਂ, ਮੈਂ ਜਾਂਦੀ ਨਹੀਂ, ਮੇਰਾ ਗਲ ਕੱਟਿਆ ਜਾਵੇ। ਉਹ ਗਈ ਨਹੀਂ ਜੀ, ਸ਼ਾਇਦ ਉਹਦੀ ਫਿਰ ਮੌਤ ਕਰਤੀ। ਜੋ ਸਾਡੀਆਂ ਚਾਚੀਆਂ ਸੀਆਂ 2 ਅਤੇ ਸਾਡੇ ਪਿੰਡ ਦੇ ਬੰਦੇ ਜਾ ਕੇ ਲਿਆਏ ਸੀ, ਐਂ ਫੁੱਲਾਂ ਮੂੰਹ ਲਿਆਏ ਇੱਜ਼ਤ ਨਾਲ, ਭੈਣਾਂ ਬਣਾ ਕੇ ਇੱਥੇ ਲਿਆ ਕੇ ਜੀ ਸਾਨੂੰ ਕਹਿੰਦੇ ਵੀ ਆ ਤੁਹਾਡਾ ਪਰਿਵਾਰ ਆ ਗਿਆ, ਤੇ ਵਾਹ ਤੁਸੀਂ ਆਪਦਾ ਸਾਹਮਣੇ। ਇਹਦਾ ਮਤਲਬ ਇਸ ਪਿੰਡ ਦੇ ਵੀ ਬੰਦੇ ਵਧੀਆ ਸੀ। ਹਾਂਜੀ, ਸਾਡੇ ਕਿਸੇ ਨੇ ਬਾਹਰ ਨਹੀਂ ਜੀ ਕਰਿਆ। ਸਾਡੇ ਪਿੰਡ ਦੇ ਵਿੱਚੋਂ ਕਿਸੇ ਨੇ ਬਿੱਲੀ ਦੇ ਸੋਟੀ ਵੀ ਨਹੀਂ ਮਾਰੀ ਉਸ ਟਾਈਮ ਦੇ ਵਿੱਚ। ਵਾਹ ਜੀ ਵਾਹ। ਹਾਂ, ਜੇ ਕੋਈ ਆਉਂਦਾ ਰਹਿੰਦਾ ਨਾ ਬੇਲਾ ਵਾਂਝਾ, ਤਾਂ ਉਹਨੂੰ ਬੁੱਕ ਦਾਣਿਆਂ ਦਾ ਦਿੱਤਾ, ਲੈ ਬਈ ਇੱਧਰ ਵਗ ਜਾਤੀ, ਇੱਧਰ ਤੇਰਾ ਪਰਿਵਾਰ ਬੈਠਾ, ਬਸ ਆਹ ਕੁਛ ਜੀ। ਤੇ 47 ਤੋਂ ਪਹਿਲਾਂ ਫਿਰ ਇੱਥੇ ਮਸੀਤ ਕਿੱਥੇ ਸੀਗੀ? ਨਹੀਂ ਹੈ ਨਹੀਂ ਸੀ ਜੀ। ਅੱਛਾ। ਹਾਂਜੀ, ਇਹਦਾ ਮਸੀਤ ਤਾਂ ਜੀ ਹੁਣ ਸਾਨੂੰ 4-5ਵਾਂ ਸਾਲ ਹੋਇਆ ਹੁਣ ਪਾਈ ਹੈ। ਮੋਫਰ 'ਚ ਸੀਗੀ? ਨਹੀਂ ਹੈ ਨਹੀਂ ਸੀ ਜੀ। ਅੱਛਾ। ਹਾਂਜੀ, ਸਾਡਾ ਤਾਂ ਇਹ ਜੋ ਸਰਬੰਧ ਸੀ ਨਾ ਮੌਲਵੀ ਸਾਹਿਬ ਨਾਲ, ਆਹ ਸੰਦਲੀ ਆ ਕੋਲੇ ਜੀ। ਅਸੀਂ ਦੁੱਖ ਸੁੱਖ 'ਚ ਉਹਨੂੰ, ਮੌਲਵੀ ਨੂੰ ਸਾਡਾ ਸਰਬੰਧ ਸੀ ਉਹਦੇ ਨਾਲ, ਉਹਨੂੰ ਲਿਆਉਂਦੇ। ਇਹ ਸੰਦਲੀ ਪਿੰਡ ਮੁਸਲਮਾਨਾਂ ਦਾ ਸੀ? ਉਦੋਂ ਮੁਸਲਮਾਨਾਂ ਦਾ ਸੀ ਜੀ, ਟੋਟਲ ਮੁਸਲਮਾਨ ਸੀ। ਮਸੀਤ ਵੀ ਹੈਗੀ ਹੈ, ਅਤੇ ਉਹਦੇ 'ਚ ਹੁਣ ਗੁਰਦੁਆਰਾ ਬਣ ਰਿਹਾ ਹੈ। ਜੋ ਸਾਡਾ ਕਬਰਸਤਾਨ ਸੀ, ਸਾਡਾ ਮੋਫਰ ਵਾਲੇ ਭਰਾਵਾਂ ਦਾ, ਸਾਡਾ ਸੰਦਲੀ ਸੀ। ਅੱਛਾ, ਸੰਦਲੀ ਸੀ। ਸੰਦਲੀ ਸੀ। ਉਹ ਕਾਹਦੇ ਵਾਸਤੇ ਸੀ? ਜੋ ਮੌਲਵੀ ਸੀ ਉਹ ਵੀ ਉੱਥੇ ਸੀ, ਫਿਰ ਸਾਡਾ ਪਰਿਵਾਰ ਉੱਥੇ ਹੀ ਜਾਣ ਲੱਗ ਗਿਆ। ਰੌਲੇ ਤੋਂ ਬਾਅਦ ਫਿਰ ਸਾਨੂੰ ਉਹ ਇੱਥੇ ਸਾਡੇ ਸਰਪੰਚ ਸੀ, ਆਹ ਘਰ ਵਾਲਾ, ਇਹ ਕਹਿਣ ਲੱਗਿਆ ਵੀ ਦੇਖ ਜਿਹੜੇ ਕੰਮ ਵਾਸਤੇ ਤੁਸੀਂ ਉੱਥੇ ਜਾਂਦੇ ਹੁੰਦੇ ਸੀ ਜੀ, ਉਹ ਤਾਂ ਹੁਣ ਕੰਮ ਹੈ ਨਹੀਂ ਜੀ। ਮੁਸਲਮਾਨ ਸੇ ਤੁਹਾਡੇ ਕੋਲੇ, ਮੁਸਲਮਾਨ ਤੁਹਾਡਾ ਭਾਈਚਾਰਾ, ਤੁਹਾਡੇ ਨਾਲ ਕਬਰਸਤਾਨ
ਵਿੱਚ ਜਾਂਦੇ, ਕਬਰਾਂ ਪਟਾਉਂਦੇ, ਜਨਾਜ਼ਾ ਪੜਾਉਂਦੇ। ਉਹ ਤਾਂ ਹੁਣ ਤੁਹਾਡੇ ਕੋਲ ਉੱਥੇ ਕੰਮ ਨਹੀਂ, ਤੇ ਤੁਸੀਂ ਹੁਣ ਭਾਈ ਇੱਥੇ ਲੈ ਲਓ ਸਾਥੋਂ ਜਗ੍ਹਾ ਤੇ ਇੱਥੇ ਹੀ ਦਫਨਾ ਲਿਆ ਕਰੋ। ਸਾਨੂੰ ਜੀ ਨਗਰ ਨੇ ਜਗ੍ਹਾ ਇੱਥੇ ਦੇਤੀ। ਕੀ ਨਾਂ ਸੀ ਸਰਪੰਚ ਸਾਹਿਬ ਦਾ? ਜਮੇਰ ਸਿੰਘ, ਠੀਕ ਜਮੇਰ ਸਿੰਘ ਸੀ ਜੀ। ਜੀ ਈਦ ਵਗੈਰਾ ਨੂੰ ਵੀ ਤੁਸੀਂ ਉੱਥੇ ਜਾਂਦੇ ਸੀ? ਹਾਂਜੀ, ਈਦ ਵਗੈਰੇ ਨੂੰ ਵੀ ਉੱਥੇ ਨਮਾਜ਼ ਪੜ੍ਹਨ ਜਾਂਦੇ। ਤੇ ਇਹਦਾ ਮਤਲਬ ਉੱਥੇ ਦੇ ਜਿਹੜੇ ਮੁਸਲਮਾਨ ਸੀਗੇ, ਤੁਸੀਂ ਉਹਨਾਂ ਦੇ ਨਾਂ ਵੀ ਜਾਣਦੇ ਹੋਵੋਗੇ? ਉਹ ਜਾਣਦੇ ਸੀ ਜੀ। ਇੱਕ ਨਾਂ ਤਾਂ ਸੀ ਜੀ ਮੀਲਾ, ਜੀ ਬੜਾ ਐਡਾ ਵੱਡਾ ਜਵਾਨ ਸੀ। ਇਹ ਡੋਗਰਾਂ ਦਾ ਪਿੰਡ ਸੀ? ਹਾਂ, ਡੋਗਰਾਂ ਦਾ ਸੀ ਜੀ। ਤੇ ਫਰੀਦ ਕੇ ਵੀ ਡੋਗਰਾਂ ਦੇ ਪਿੰਡ ਸੀ। ਹਾਂਜੀ। ਤੇ ਇਹ ਦੋਨੇ ਹੀ ਪਿੰਡ ਮੁਸਲਮਾਨਾਂ ਦੇ ਸੀ। ਜੀ ਜੀ। ਹਾਂਜੀ, ਜੋ ਸਾਡੇ ਪਰਿਵਾਰ ਦੇ ਵਿੱਚ ਇੱਥੇ ਮੋਫਰ ਦੇ ਵਿੱਚ 2-3 ਘਰ ਸੀਗੇ, ਉਹ ਬਾਗੇ ਸੀ। ਤੁਹਾਡੇ ਸਕਿਆਂ ਚੋਂ? ਨਾ, ਸਕਿਆਂ ਚੋਂ ਨਹੀਂ, ਹੋਰ ਪਰਿਵਾਰ ਸੀ। ਇੱਕ ਤਾਂ ਉਹ ਬਾਈ ਸੀ ਮਲੰਗ ਸੀ ਨਾ, ਤੇ ਇੱਕ ਤਾਂ ਉਹ ਸੀ ਸ਼ਾਇਦ ਤੇਲੀ ਤਾਂ ਹੈ ਨਹੀਂ ਸੀ ਉੱਥੇ। ਜੀ। ਤੁਹਾਡੇ ਇੱਥੇ ਕੋਲੂ ਸੀਗਾ ਨਾ ਜੀ? ਸਾਡੇ ਇੱਥੇ ਕੋਲੂ ਚੱਲਦਾ ਸੀ। ਚੱਲਦਾ ਸੀ। ਤੇ ਤੁਹਾਡੇ ਆਪਣੇ ਖਾਸ ਜਿਹੜੇ ਰਿਸ਼ਤੇ ਆ, ਹਾਂਜੀ, ਉਹਨਾਂ ਚੋਂ ਕੌਣ ਕੌਣ ਚਲਾ ਗਿਆ ਉੱਧਰ? ਉਹਨਾਂ ਦੇ ਵਿੱਚੋਂ ਜੀ ਹੁਣ ਉਹ ਤਾਂ ਹੈ ਨਹੀਂ, ਉਹਨਾਂ ਦਾ ਗਾਹਾਂ ਪਰਿਵਾਰ ਹੈ। ਵੈਸੇ ਕਿਹੜੇ ਪਿੰਡ ਦੇ, ਕਿੱਥੋਂ ਗਏ ਸੀ ਉਹ? ਉਹ ਗਏ ਸੀ ਜੀ, ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ, ਰੋੜੀ, ਸੂਰਤੀਆ ਅੱਛਾ ਜੀ। ਤੇ ਚਾਨਕ, ਬੋਹਾ ਤੇ ਬਖੋਰੇ ਦੇ ਵਿੱਚ ਤਾਂ ਮੌਤਾਂ ਵਾਲੀਆਂ ਹੋ ਗਈਆਂ, ਤੇ ਦਾਤੇਵਾਸ। ਚਾਣਕ ਤੁਹਾਡੀ ਕੀ ਰਿਸ਼ਤੇਦਾਰੀ ਸੀ? ਚਾਨਕ ਸਾਡੀ ਭੂਆ ਦੀ ਧੀ ਵਿਆਹੀ ਸੀ। ਠੀਕ ਹੈ। ਫਿਰ ਗਾਹਾਂ ਜੀ ਮੈਨੂੰ ਵੀ ਰਿਸ਼ਤਾ ਚਾਨਕ ਤੋਂ ਹੋਇਆ ਸੀ। ਅੱਛਾ ਜੀ। ਹਾਂਜੀ, ਉਹ ਫਿਰ ਉਹ ਗਦਲ ਦੇ ਵਿੱਚ ਉਹ ਉੱਧਰ ਵਗ ਗਏ, ਅਸੀਂ ਇੱਥੇ ਰਹੇ ਹਾਂ। ਫਿਰ ਇਹ ਜਿਹੜਾ ਸਾਡਾ ਰਿਸ਼ਤਾ ਇਹ ਮੀਰਪੁਰ ਹੋਇਆ ਜੀ। ਅੱਛਾ ਜੀ। ਹਾਂਜੀ। ਉਹ ਬਈ ਜਦੋਂ ਰਿਸ਼ਤਾ ਹੁੰਦਾ ਸੀ ਉਸ ਵੇਲਿਆਂ 'ਚ ਕਿਸ ਤਰ੍ਹਾਂ ਦੀ ਰਸਮ ਹੁੰਦੀ ਸੀ? ਉਹ ਕੋਈ ਰਸਮ ਨਹੀਂ ਜੀ ਹੁੰਦੀ ਸੀ। ਉਹਦਾ ਹੁਣ ਜਿਵੇਂ ਮੈਂ ਬੈਠਾ, ਚੱਲ ਜੀ ਮੈਨੂੰ ਰੁਪਈਆ ਫੜਾਤਾ, ਲੈ ਬਾਈ। ਤੁਹਾਨੂੰ ਤਾਂ ਆਪਣੀ ਮੰਗੇਤਰ ਦਾ ਨਾਮ ਵੀ ਨਹੀਂ ਪਤਾ ਹੋਣਾ? ਉਹਦਾ? ਹਾਂਜੀ। ਨਹੀਂ ਜੀ, ਦੇਖਿਆ ਵੀ ਨਹੀਂ ਉਹਨੂੰ? ਨਾ ਦੇਖੇ। ਉਦੋਂ ਤਾਂ ਬੜਾ ਪੜਦਾ ਹੁੰਦਾ ਜੀ, ਉਦੋਂ ਨਹੀਂ ਦੇਖਣ ਦਿਖਾਉਣ ਸੀ। ਅੱਲਾ ਕਰੋ। ਤੇ ਵੈਸੇ ਜਦੋਂ 47 'ਚ ਉਹ ਚਲ ਗਏ, ਹਾਂਜੀ, ਤੁਹਾਨੂੰ ਦੁੱਖ ਤਾਂ ਹੋਇਆ ਹੋਣਾ? ਦੁੱਖ ਤਾਂ ਜੀ ਹੁੰਦਾ ਹੀ ਹੈ। ਫਿਰ ਜਦੋਂ ਪਰਿਵਾਰ ਸੀ, ਸਾਡੀ ਭੂਆ ਦੀ ਧੀ ਵੀ ਸੀ, ਸਾਡਾ ਉਹ ਸਰਬੰਧੀ ਸੀ, ਬੜੀ ਇੱਜ਼ਤ ਕਰਦੇ ਸੀ ਜੀ ਸਾਡੇ ਮਾਂ ਬਾਪ ਨਾਲ, ਬਹੁਤ ਸੋਹਣੀ ਇੱਜ਼ਤ ਕਰਦੇ ਸੀ ਉਹ। ਮੁੜ ਕੇ ਉਹ ਕਿੱਥੇ ਗਏ? ਪਾਕਿਸਤਾਨ ਜੀ। ਨਾਂ ਦਾ ਨਹੀਂ ਜੀ ਮੈਨੂੰ, ਇਹ ਨਹੀਂ ਪਤਾ ਕਿਹੜੇ ਪਿੰਡ? ਬਾਈ ਨੂੰ ਤਾਂ ਪਤਾ ਹੋਊਗਾ। ਚਲੋ, ਕਿਹੜੇ ਪਿੰਡ ਕਿਹੜੇ ਸ਼ਹਿਰ ਇਹ ਨਹੀਂ ਪਤਾ? ਨਾ ਜੀ, ਕੋਈ ਪਤਾ ਨਹੀਂ। ਠੀਕ ਹੈ। ਹੋਰ ਤੁਹਾਡੇ ਰਿਸ਼ਤੇਦਾਰ ਕਿਹੜੇ ਚਲ ਗਏ ਜੀ? ਹੋਰ ਤੁਹਾਡੇ ਨਾਨਕੇ ਕਿੱਥੇ ਸੀ? ਮੇਰੇ ਨਾਨਕੇ ਤਾਂ ਸੀ ਜੀ ਇੱਥੇ ਰਤੀਆ, ਖਾਸ ਸ਼ਹਿਰ 'ਚ? ਖਾਸ ਸ਼ਹਿਰ 'ਚ। ਉਹ ਵੀ ਚਲ ਗਏ? ਨਹੀਂ, ਉਹ ਇੱਥੇ ਹੀ ਰਹਿ ਗਏ ਸੀ ਜੀ। ਅੱਛਾ। ਇੱਥੇ ਹੀ ਰਹਿ ਗਏ ਸੀ ਉਹ। ਹੁਣ ਉਹ ਲੇਲੀ ਨਾ, ਉਹ ਲਹਿਰੇ ਕੋਲੇ ਲੇਲਾ। ਅੱਛਾ। ਹਾਂਜੀ, ਠੀਕ। ਉੱਥੇ ਨਾ। ਤੁਸੀਂ ਕਦੀ ਗਏ ਉੱਧਰ? ਕਿੱਥੇ? ਨਹੀਂ ਜੀ, ਮੇਰਾ ਮੁੰਡਾ ਤਾਂ ਜਾ ਕੇ ਆਇਆ ਜੀ ਪਿਛਲੇ ਸਾਲ। ਅੱਛਾ। ਹਾਂਜੀ, ਉਹ ਵੀ ਜਥੇ ਨਾਲ ਗਿਆ ਸੀਗਾ ਅੰਮ੍ਰਿਤਸਰ ਤੋਂ। ਜੀ। ਇਹ ਜਿਹੜਾ ਪਿਆ ਨਾ, ਇਹ ਮੁੰਡਾ ਗਿਆ ਮੇਰੇ ਨਾਲ ਜਥੇ ਨਾਲ। ਠੀਕ। ਪਰ ਉੱਥੇ ਜਥੇ ਨਾਲ ਗਏ ਸੀ ਜੀ, ਫਿਰ ਉਹ ਰਿਸ਼ਤੇਦਾਰਾਂ ਨਾਲ ਤਾਂ ਮਿਲ ਮਿਲਾਪ ਕੋਈ ਨਹੀਂ ਨਾ ਹੋਇਆ। ਉਹ ਤਾਂ ਜਿੱਥੇ ਖੜੇ ਬੈਠੇ ਰਹੇ ਉੱਥੇ ਹੀ ਰਹੇ ਆ ਬਸ। ਜੀ। ਤੇ ਕਦੀ ਹੁਣ ਉਹ ਪੁਰਾਣੇ ਦਿਨ ਯਾਦ ਆ ਜਾਂਦੇ ਆ, ਉਹ ਸਾਂਝੇ ਜਿਹੇ ਮਿੱਸਾ ਜਿਹਾ ਕਲਚਰ? ਹਾਂਜੀ, ਸਾਂਝੇ ਜਿਹੇ ਲੋਕ ਬਹੁਤ ਜ਼ਿਆਦਾ ਪਿਆਰ ਸਤਿਕਾਰ ਸੀ ਜੀ। ਹੁਣ ਤਾਂ ਦੇਖੋ ਜੀ, ਇਹੋ ਜਿਹਾ ਟਾਈਮ ਆ ਗਿਆ, 1 ਘੰਟੇ ਦਾ ਟਾਈਮ ਨਹੀਂ ਹੈ ਕਿਸੇ ਕੋਲੇ ਰਹਿਣ ਦਾ। ਉਹ ਤਾਂ 5 ਦਿਨ 6 ਦਿਨ ਬੈਠੇ ਰਹਿੰਦੇ। ਨਹੀਂ ਯਾਰ, ਤੜਕੇ ਚੱਲਾਂਗੇ। ਦੇਖੋ, ਘਰ ਵੀ ਛੋਟੇ ਸੀ, ਸੀਗੇ ਵੀ ਕੱਚੇ, ਇੰਨੇ ਘਰ ਸੀ ਜੀ। ਪਰ ਉਹ ਦਿਲ ਕਿੱਡੇ ਵੱਡੇ ਸੀਗੇ। ਦਿਲ ਵੱਡੇ ਸੀ ਜੀ, ਦਿਲ ਵੱਡੇ ਸੀ, ਪਿਆਰ ਵੱਡਾ ਸੀ। ਹਾਂ। ਹੁਣ ਪਿਆਰ ਨਹੀਂ ਹੈਗੇ। ਹੁਣ ਤਾਂ ਬੰਦਾ ਪੈਰਾਂ ਵੱਲ ਦੇਖਦਾ ਵੀ ਮਿੱਟੀ ਤਾਂ ਨਹੀਂ ਲੈ ਆਇਆ ਨਾਲ। ਨਾ, ਹੁਣ ਤਾਂ ਪੈਰ। ਜਦੋਂ ਸੋਹਣੇ ਘਰ ਹੋ ਗਏ ਨਾ ਜੀ, ਹਾਂਜੀ, ਫਿਰ ਬੜਾ ਕੁਝ ਮੇਲਾ ਲੱਗਣ ਲੱਗ ਗਿਆ। ਬਹੁਤ ਕੁਛ ਜੀ, ਬਹੁਤ ਕੁਛ। ਤੇ ਤੁਹਾਡਾ ਵੈਸੇ ਦਿਲ ਨਹੀਂ ਕੀਤਾ ਕਦੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਵਾਂ? ਜੀ ਨਹੀਂ ਕਰਿਆ ਕਦੀ ਉਹ ਵੀ ਨਹੀਂ ਆਏ ਕਦੀ? ਨਹੀਂ ਆਏ ਨਹੀਂ। ਠੀਕ ਹੈ। ਹਾਂ, ਇੱਕ ਸਾਡੀ ਭੂਆ ਆਈ ਸੀ, ਜਿਹੜਾ ਸਾਡੇ ਬਾਪੂ ਦੀ ਭੂਆ ਦੀ ਕੁੜੀ ਸੀ ਜੀ। ਉਹ ਆਈ ਸੀ। ਇੱਕ ਸਾਡੇ ਦਾਦੇ ਦੀ ਭੈਣ ਸੀ ਦਾਤੇ ਵੈਸ, ਉਹ ਆਈ ਸੀ। ਅੱਛਾ ਜੀ। ਹਾਂ, ਉਹਦਾ ਨਾਮ ਸੀ ਬੱਸੋ। ਅੱਛਾ। ਉਹਦੇ ਮੁੰਡੇ ਦਾ ਨਾਮ ਸੀ ਜਲਾਲ।
ਉਹ ਤਾਂ ਦੇਖ ਲਓ ਰੱਬ ਨੂੰ ਪਿਆਰੇ ਹੋਏ, ਹੁਣ ਛੋਟਾ ਪਰਿਵਾਰ ਹੈ ਜੀ ਉਹ। ਜਿਹੜੇ ਚਲ ਗਏ ਪਰਿਵਾਰ ਉਧਰ, ਜੀ ਜਿਵੇਂ ਤੁਸੀਂ ਕਿਹਾ ਸੀ ਇੱਥੇ ਮੀਰ ਆਲਮ ਵੀ ਸੀਗੇ, ਹਾਂ। ਉਹ ਉਹਨਾਂ ਦੇ ਕੀ ਨਾਂ ਸੀ ਦੱਸੇ ਸੀ? ਉਹ ਇੱਕ ਦੇ ਨਾਂ ਤਾਂ ਸੀ ਜੀ ਕਾਕਾ, ਜੀ। ਇੱਕ ਦੇ ਨਾਂ ਸੀ ਬੀਰੂ। ਉਹ ਮਤਲਬ ਕੋਈ ਮਸ਼ਹੂਰ ਬੰਦੇ ਸੀ, ਕਲਾਕਾਰ ਸੀ? ਨਹੀਂ ਜੀ, ਬਸ ਅੱਲਾ ਦੇ ਬੰਦੇ ਸੀ ਉਹ ਤਾਂ। ਅੱਛਾ। ਹਾਂਜੀ। ਤੇ ਤੇਲੀਆਂ ਦਾ ਪਰਿਵਾਰ ਸੀ ਜਿਹੜਾ ਕੋਹਲੂ ਪੀੜ ਦੇ ਸੀ। ਉਹਨਾਂ ਦਾ ਕੀ ਨਾਂ ਸੀ? ਇੱਕ ਨੂੰ ਜਾਨੀ ਸੀ ਜੀ, ਤੇ ਇੱਕ ਨੂੰ ਮਹਿੰਗਾ ਸੀ, ਇੱਕ ਨੂੰ ਛੇਰੂ ਸੀ, ਐਂ ਸੀ। ਜੀ। ਤੁਹਾਡੇ ਹਾਣ ਦਾ ਕਿਹੜਾ ਸੀ ਇਹਨਾਂ ਚੋਂ ਸਾਰਿਆਂ ਚੋਂ? ਸਾਡੇ ਹਾਣ ਦਾ ਤਾਂ ਉਹ ਮਹਿੰਗੇ ਦਾ ਮੁੰਡਾ ਸੀ, ਚੂਹੀਆ ਉਹਦੇ ਨਾਲ। ਚੂਹੀਆ? ਚੂਹੀਆ ਸੀ ਉਹਦੇ ਨਾਲ। ਇਹ ਤਾਂ ਨਾਂ ਤੁਸੀਂ ਆਪ ਰੱਖਿਆ ਹੋਣਾ, ਨਾਂ ਤਾਂ ਉਹਦਾ ਅਸਲੀ ਹੋਰ ਹੋਣਾ। ਉਹ ਵੀ ਹੋ ਸਕਦਾ ਜੀ, ਪਰ ਜੋ ਮੁੰਡੇ ਕੁੰਡਿਆਂ ਨੇ ਨਾਂ ਧਰ ਲਿਆ ਉਹਦਾ ਚੂਹੀਆ, ਅਸੀਂ ਫਿਰ ਉਹਨੂੰ ਚੂਹੀਆ ਕਹਿੰਦੇ ਹੁੰਦੇ। ਚਲੋ, ਇਹ ਕਿਹਨਾਂ ਦਾ ਬੇਟਾ ਸੀ ਉਹ? ਉਹ ਮਹਿੰਗੇ ਦਾ ਬੇਟਾ ਸੀ। ਹਾਂ, ਚਲੋ ਇੱਕ ਤਾਂ ਅਸੀਂ ਇਹ ਗੁਜ਼ਾਰਿਸ਼ ਕਰਨੀ ਆ ਕਿ ਬਾਬਾ ਜੀ ਦਾ ਦੋਸਤ ਮਹਿੰਗੇ ਦਾ ਬੇਟਾ, ਨਾਂ ਤੇ ਉਹਨਾਂ ਦਾ ਹੋਰ ਹੋਊਗਾ, ਚਲੋ ਇਹ ਚੂਹੀਆ ਕਹਿੰਦੇ ਸੀ ਉਦੋਂ ਹਾਂਜੀ, ਬਚਪਨ 'ਚ। ਚੂਹੀਆ ਕਹਿੰਦੇ ਸੀ। ਜੇ ਕੋਈ ਜਾਣਦਾ ਹੋਵੇ ਹਾਂਜੀ ਤਾਂ ਸੁਨੇਹਾ ਛੱਡੇ ਆਪਣਾ। ਹਾਂਜੀ। ਤੇ ਚਲੋ, ਕੋਈ ਹੋਰ ਗੱਲ ਖਾਸ ਉਹਨਾਂ ਵੇਲਿਆਂ ਦੀ? ਇੱਕ ਤਾਂ ਮੈਨੂੰ ਐਂ ਲੱਗਦਾ ਵੀ ਸਰਦਾਰ ਕਪੂਰ ਸਿੰਘ ਤੇ ਸਰਦਾਰ ਪ੍ਰੀਤਮ ਸਿੰਘ ਹੋਣਾ ਅੱਗੇ ਸਾਨੂੰ ਸਿਰ ਝੁਕਾਉਣਾ ਚਾਹੀਦਾ ਕਿ ਸਾਡੇ ਪੰਜਾਬੀਆਂ ਦੇ ਅਸਲੀ ਨਾਇਕ ਇਹ ਨੇ। ਇਸੇ ਤਰ੍ਹਾਂ ਸਾਡੇ ਸਾਹਮਣੇ ਉਧਰੋਂ ਵੀ ਕਈ ਨਾਂ ਆਉਂਦੇ ਨੇ ਜਿਨ੍ਹਾਂ ਨੇ ਜਾਨ ਤੇ ਖੇਡ ਕੇ ਉਸ ਵੇਲੇ ਲੋਕਾਂ ਨੂੰ ਬਚਾਇਆ ਜੀ। ਸਾਨੂੰ ਤਾਂ ਜੀ ਇਹੋ ਜਿਹੀ ਚੀਜ਼ ਹੈ ਜੋ ਕਪੂਰ ਸੇ ਤੇ ਪ੍ਰੀਤਮ ਸੇ ਸੀ, ਸਾਡੇ ਪਾਸੇ ਤਾਂ ਉਹ ਦੂਜੇ ਰੱਬ ਹੋਏ। ਵਾਹ। ਕਿਉਂ? ਜਿਨ੍ਹਾਂ ਨੇ ਸਾਡੀਆਂ ਜਾਨਾਂ ਬਚਾਈਆਂ, ਤੇ ਨਹੀਂ ਸਾਨੂੰ ਜਾਨਾਂ ਬਚਣ ਨੂੰ ਕੋਈ ਟਿਕਾਣਾ ਨਹੀਂ ਸੀ। ਉਹਨਾਂ ਨੇ ਆਪਦੀ ਥੇਲੀ ਤੇ ਧਰੀ ਪਹਿਲਾਂ, ਬਿਲਕੁਲ। ਫਿਰ ਸਾਨੂੰ ਬਚਾਇਆ ਸੀ। ਉਹ ਵੀ ਤਗੜੇ ਕਰਕੇ ਸੀ ਬਚਾ ਗਏ, ਹਾਂ। ਮਾੜਾ ਬੰਦਾ ਬਚਾ ਨਹੀਂ ਜੀ, ਨਹੀਂ ਜੀ, ਰੱਬ। ਇਹ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਤੁਹਾਡੇ ਜਿਹੜੇ ਮਾਸੀ ਜੀ ਕਿਸੇ ਹੋਰ ਪਿੰਡ ਗਏ ਸੀ, ਹਾਂਜੀ। ਉੱਥੇ ਹਮਲਾ ਹੋ ਗਿਆ, ਫਿਰ ਪਿੰਡ ਦੇ ਕੁਝ ਬੰਦੇ ਜਾ ਕੇ ਲੈ ਕੇ ਆਏ। ਪੂਰੀ ਕਹਾਣੀ ਸੁਣਾਓ। ਜਿਹੜੇ ਸਾਡੀ ਚਾਚੀ ਨੂੰ, ਚਾਚੀ ਨੂੰ? ਹਾਂ, ਚਾਚੀ ਨੂੰ। ਸਾਡੀ ਚਾਚੀ ਨੂੰ ਪਿੰਡ ਦੇ ਬੰਦੇ, ਸਾਡੇ ਪਿੰਡ ਦੇ ਬੰਦੇ ਲੈ ਕੇ ਆਏ ਜੀ। ਉਹ ਪੂਰੀ ਕਹਾਣੀ ਸੁਣਾਓ। ਉਹ ਆਪਣੇ ਪੇਕਿਆਂ ਦੇ ਗਈ ਸੀ? ਪੇਕਿਆਂ ਦੇ ਗਈ ਸੀ ਜੀ, ਬਖੋਰੇ। ਬਖੋਰੇ? ਹਾਂਜੀ। ਉੱਥੇ ਹਮਲਾ ਹੋ ਗਿਆ? ਉੱਥੇ ਹਮਲਾ ਹੋ ਗਿਆ ਜੀ। ਉਹ ਪਰਿਵਾਰ ਸਾਰਾ ਹੀ ਮਾਰਤਾ ਸੀ ਜੀ ਉਹਨਾਂ ਦਾ? ਅੱਛਾ ਅੱਛਾ। ਹਾਂ, ਉਹਨਾਂ ਦਾ ਪਰਿਵਾਰ ਤਾਂ ਜੀ ਬਹੁਤ ਤਕੜਾ ਪਰਿਵਾਰ ਸੀ ਉਹਨਾਂ ਦਾ। ਉਹਦਾ ਜੀ ਸਾਰਾ ਮਾਰਤਾ, ਮਾਰਿਆ ਜੀ। ਇਹਨਾਂ ਨਾਲ ਹੱਥੋਂ ਪਾਈ ਹੋਣ ਲੱਗ ਗਈ। ਜਦੋਂ ਕੋਈ ਮਾਲਕ ਰੱਖਦਾ ਇੱਜ਼ਤ, ਇੱਕ ਤਾਂ ਵਿਚਾਰੀ ਕਹਿੰਦੀ ਮੇਰਾ ਗਲ ਉੱਡ ਜੇ, ਮੈਂ ਜਾਣਾ ਨਹੀਂ ਕਿਸੇ ਦੇ। ਜੀ ਹਾਂ, ਦੱਸਿਆ ਤੁਸੀਂ। ਹੈਂ। ਤੇ ਅੱਛਾ, ਇਹ ਸੀਆਂ ਜਿਹੜੀਆਂ ਇਹਨਾਂ ਨੂੰ ਪਈ, ਇਹ ਜਿਹੜੇ ਸਾਡਾ ਪਰਿਵਾਰ ਇੱਥੋਂ ਗਿਆ, ਮੇਰੇ ਦਾਦੇ ਦੀ ਪੱਗ ਵੱਟੀ ਹੋਈ ਸੀ ਦਾਨਿਆਂ ਵਾਲੀ, ਜ਼ਿਮੀਂਦਾਰਾਂ ਨਾਲ। ਅੱਛਾ, ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਂ ਸੀ, ਉਹਦੇ ਜਿਹੜਾ ਉਹਨਾਂ ਦਾ ਬਾਪ ਸੀ ਉਹਦੇ ਨਾਂ ਤਾਂ ਰੂੜਾ ਸੀ। ਜੀ ਜੀ। ਤੇ ਜਿਹੜੇ ਉਹਦੇ ਮੁੰਡੇ ਸੀ, ਬਚਨਾ, ਦਰਬਾਰਾ, ਕੁੰਡਾ ਤੇ ਭਾਈ ਹਾਕਮ, 4-5 ਮੁੰਡੇ ਸੀ ਉਹਦੇ। ਤੇ ਫਿਰ ਉਹ ਸਾਨੂੰ, ਜਦੋਂ ਉੱਥੇ ਜਗ੍ਹਾ ਸਾਡੀ ਥੋੜ੍ਹੀ, ਪਰਿਵਾਰ ਸਾਡਾ ਵੱਧ, ਜੀ। ਤੇ ਫਿਰ ਸਾਨੂੰ ਉਹ ਕਹਿਣ ਲੱਗਿਆ ਨਾ, ਸਾਡਾ ਜਿਹੜਾ ਦਾਨਿਆਲੇ ਵਾਲਾ ਮੁੰਡਾ ਸੀ, ਉਹ ਕਹਿੰਦਾ ਜੀ ਮੈਂ, ਜੇ ਤੁਸੀਂ ਆਖੋ, ਮੇਰੇ ਦਾਦੇ ਨਾਲ ਰੋਸ਼ਨ ਸੀ, ਮੈਂ ਰੋਸ਼ਨ ਪਰਿਵਾਰ ਨੂੰ ਦਾਨਿਆਲੇ ਲੈ ਜਾ। ਅੱਛਾ। ਹਾਂ, ਉਹ ਕਹਿਣ ਲੱਗਿਆ ਵੀ ਮੈਂ ਪੁੱਛੇ ਬਿਨਾਂ ਨਹੀਂ ਤੁਹਾਨੂੰ ਦਿੰਦਾ, ਮੈਂ ਰੋਸ਼ਨ ਨੂੰ ਬੁਲਾਉਣਾ, ਰੋਸ਼ਨ ਨੂੰ ਬੁਲਾ ਕੇ ਮੈਂ ਉਹਨੂੰ ਪੁੱਛਦਾ ਵੀ ਜੇ ਤੇਰਾ ਮਨੀ ਰਾਮ ਮੰਨਦਾ ਹੈ ਤਾਂ ਤੂੰ ਵਗ ਜਾ, ਨਹੀਂ ਮਨੀ ਰਾਮ ਮੰਨਦਾ ਇੱਥੇ ਰਹੇ। ਉਹ ਫਿਰ ਮੇਰਾ ਦਾਦਾ ਕਹਿਣ ਲੱਗਿਆ, ਕਹਿੰਦਾ ਜੀ ਨਹੀਂ, ਮੇਰਾ ਇਹ ਭਰਾ ਬਣਿਆ ਹੋਇਆ ਅਤੇ ਮੈਨੂੰ ਇਹਦੀ ਕੋਈ ਚਿੰਤਾ ਨਹੀਂ। ਅਤੇ ਉਹ ਫਿਰ ਸਾਨੂੰ ਸਾਰਿਆਂ ਨੂੰ ਲੈ ਗਿਆ ਉੱਥੇ ਦਾਨੇ ਵਾਲੇ। ਅੱਛਾ ਅੱਛਾ। ਮੇਰੇ ਰੋਸ਼ਨ ਪਰਿਵਾਰ ਨੂੰ ਨਾ, ਮੇਰੇ ਦਾਦੇ ਨੂੰ, ਸਾਰਿਆਂ ਨੂੰ ਲੈ ਗਿਆ। ਸਾਰਿਆਂ ਨੂੰ ਲੈ ਗਿਆ ਉੱਥੇ। ਫਿਰ ਜਾ ਕੇ ਉਹ ਸਾਨੂੰ ਭਾਈ ਅੰਮ੍ਰਿਤ ਵੀ ਛਕਾਇਆ। ਬਾਕੀ ਇਹ ਗੱਲ ਕਹੀ ਵੀ ਜੇ ਇਹਨਾਂ ਨੂੰ ਕੋਈ ਬੁਰਾ ਭਲਾ ਖਵਾਇਆ ਨਾ, ਤੁਸੀਂ ਆਪਦੇ ਆਪ ਨੂੰ ਸੋਚ ਲਿਓ। ਅੱਛਾ ਅੱਛਾ ਅੱਛਾ। ਉੱਥੇ ਵੀ ਤੁਹਾਡੇ ਨਾਂ ਬਦਲੇ? ਉੱਥੇ ਸਾਡੇ ਨਾਂ ਬਦਲੇ ਦਾਨੇ ਵਾਲੇ 'ਚ। ਉੱਥੇ ਤੁਸੀਂ ਬਣ ਗਏ ਰੂਪ ਸਿੰਘ? ਰੂਪ ਸਿੰਘ ਜੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਹੋ ਗਿਆ? ਉਹ ਮੇਰੇ ਅੱਬਾ ਜੀ ਦਾ ਨਾਂ ਹੋ ਗਿਆ ਜੀ ਤਲੋਕ ਸਿੰਘ। ਅੱਛਾ। ਦਾਦਾ ਜੀ ਦਾ? ਰੋਸ਼ਨ। ਉਹ ਰੋਸ਼ਨੀ ਰਹੇ? ਹਾਂਜੀ। ਮੇਰੇ ਚਾਚੇ ਦਾ ਨਾਂ ਨੇਕ ਹੀ ਰਹਿ ਗਿਆ। ਨੇਕ ਸਿੰਘ। ਅੱਛਾ। ਹਾਂਜੀ। ਜਿਹੜਾ ਸਾਡਾ ਹੋਰ ਚਾਚਾ ਸੀ, ਉਹਦੇ ਨਾਂ ਭਜਨ ਸੇ ਰੱਖ ਲਿਆ। ਬਸ ਐਂ ਬਦਲਾ ਸਾਡੀ ਜੀ ਹੋ ਗਈ। ਕਿੰਨੇ ਸਾਲ ਫਿਰ ਉੱਥੇ ਰਹੇ?
ਉੱਥੇ ਰਹੇ ਜੀ 2 ਮਹੀਨੇ। ਅੱਛਾ ਜੀ। 2 ਮਹੀਨੇ ਰਹੇ। ਫਿਰ ਇੱਕ ਬਲਦਾਂ ਦਾ ਹਲ ਸਾਡੇ ਕੋਲੇ ਸੀ, ਇੱਕ ਉਹਨਾਂ ਦਾ। ਫਿਰ ਬਾਹੀ ਵੀ ਅਸੀਂ ਇਕੱਠੀ ਕਰੀਏ। ਮੇਰਾ ਚਾਚਾ ਹਲ ਜੋੜਦਾ ਹੁੰਦਾ, ਅਤੇ ਜਿਹੜਾ ਮੇਰਾ ਬਾਪ ਸੀ ਉਹ ਪਿੰਡ ਦਾ ਕੰਮ ਕਰਦਾ ਹੁੰਦਾ, ਅਤੇ ਉਹ ਖੇਤ ਨਹੀਂ ਜਾਂਦਾ ਸੀ, ਕਦੇ ਹੀ ਜਾਂਦਾ ਸੀਗਾ। ਅੱਛਾ ਹਾਂਜੀ ਹਾਂਜੀ। ਇਸ ਤਰ੍ਹਾਂ ਫਿਰ ਉਹ ਤੁਹਾਡੀ ਚਾਚੀ ਨੂੰ ਜਦੋਂ ਲੈ ਕੇ ਆਏ, ਕਿਹੜੇ ਬੰਦੇ ਗਏ ਸੀ? ਉਹ ਗਏ ਸੀ ਜੀ, ਇੱਕ ਤਾਂ ਬਚਨਾ ਇਸ ਪਿੰਡ ਦਾਨੇ ਵਾਲੇ ਤੋਂ, ਦਾਨੇ ਵਾਲੇ ਤੋਂ। ਅੱਛਾ ਜੀ। ਇੱਕ ਸੀ ਜੀ ਦਲਵਾਰਾ ਇੱਥੋਂ ਦਾ ਜੀ। ਇੱਕ ਸੀ ਸੁੱਚਾ, ਉਹ ਵੀ ਇੱਥੋਂ ਦਾ ਸੀ। ਹਾਂਜੀ ਵਾਹ ਜੀ, ਇਹ ਵੀ ਬੰਦੇ ਕਮਾਲ ਦੇ ਸੀਗੇ। ਹਾਂਜੀ, ਜਮਾਇਨ ਆਪਦੀਆਂ ਧੀਆਂ ਤੇ ਭੈਣਾਂ ਬਣਾ ਕੇ ਲਿਆਏ ਸੀ। ਹਾਂਜੀ। ਉਹਨਾਂ ਦੀ ਤੁਹਾਡੀ ਚਾਚੀ ਦੇ ਮਾਂ ਪਿਓ ਭਰਾ ਸਾਰੇ ਕਤਲ ਕਰਤੇ? ਭਰਾ ਤਾਂ ਜੀ ਮਾਰੇ ਗਏ ਸੀ, ਉੱਥੇ ਹੀ? ਉੱਥੇ ਹੀ ਮਾਰਤੇ ਸੀਗੇ। ਤੇ ਜਿਹੜੀ ਸਾਡੀ ਚਾਚੀ ਦੀ ਮਾਂ ਸੀ, ਇੱਕ ਸਾਡੀ ਚਾਚੀ ਦਾ ਭਾਈ ਸੀ, ਛੋਟਾ ਸੀ, ਜਿਵੇਂ ਆ ਮੁੰਡੇ ਫਿਰਦੇ ਨਾ, ਐਡਾ ਕੀ ਸੀਗਾ, ਉਹ ਰਹਿ ਗਿਆ ਸੀ। ਫਿਰ ਸਾਡੀ ਚਾਚੀ ਦੀ ਮਾਂ ਸੀ ਜਿਹੜੀ, ਉਹਦੇ ਪੇਕੇ ਸੀ ਦੋਦੜੇ, ਉਹਨੇ ਵਿਚਾਰੀ ਨੇ ਦੋਦੜੇ, ਨਾਲੇ ਤਾਂ ਉਹ ਆਪਦੇ ਮੁੰਡੇ ਨੂੰ, ਨਾਲੇ ਉਹ ਆਪਦੇ ਪੇਕਿਆਂ ਦੇ ਘਰੇ ਲਾਏ ਸੀ 2 ਮਹੀਨੇ ਜੀ। ਵਕਤ ਕੱਢਿਆ ਉਹਨੇ। ਉਸ ਤੋਂ ਬਾਅਦ ਚਲ ਗਏ ਉਹ? ਹਾਂਜੀ, ਕਿ ਇੱਥੇ ਰਹੇ? ਇੱਥੇ ਹੀ ਰਹੇ ਜੀ। ਅੱਛਾ, ਹਾਂਜੀ ਠੀਕ ਹੈ। ਚਲੋ ਜੀ, ਉਹ ਮਤਲਬ ਜਿਨ੍ਹਾਂ ਬੰਦਿਆਂ ਨੇ ਐਡੀ ਕੁਰਬਾਨੀ ਕੀਤੀ, ਉਹਨੂੰ ਲੈ ਕੇ ਆਏ, ਉਹਨਾਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਜੀ। ਹਾਂਜੀ, ਵਾਕਈ ਵਧੀਆ ਇਹ ਜਿਹੜਾ ਹੁਣ ਸਾਡੇ ਐਡਾ ਵੱਡਾ ਗੁਣ ਕਰਿਆ, ਸਾਡੀ ਐਡੀ ਇੱਜ਼ਤ ਰੱਖੀ ਹੈ, ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਨਹੀਂ ਭੁੱਲਣਾ ਨਹੀਂ ਚਾਹੀਦਾ ਜੀ। ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸ਼ੁਕਰ ਹੈ। ਤੇ ਤੁਹਾਡੀ ਇਹ ਜ਼ਿੰਦਗੀ ਦੀ ਕਹਾਣੀ ਦੇ ਵਿੱਚ ਹੰਝੂ ਵੀ ਆ, ਲੇਕਿਨ ਇੱਕ ਗੱਲ ਦੀ ਢਾਰਸ ਵੀ ਆ ਕਿ ਚੰਗੇ ਬੰਦੇ ਹਰੇਕ ਜਗ੍ਹਾ ਹਰੇਕ ਵਕਤ 'ਚ ਹੁੰਦੇ ਆ, ਤੇ ਇਹੀ ਚਾਹੁੰਦੇ ਆ ਵਧਣੇ ਚਾਹੀਦੇ ਆ, ਇਹ ਦੁਨੀਆ ਹੋਰ ਖੂਬਸੂਰਤ ਹੋਣੀ ਚਾਹੀਦੀ ਹੈ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰ ਹੈ, ਮਿਹਰਬਾਨੀ, ਸ਼ੁਕਰੀਆ ਜੀ। ਮੇਰਾ ਨਾਮ ਹੰਸਰਾਜ ਮੋਫਰ ਹੈ। ਮੇਰੇ ਪਿਤਾ ਦਾ ਨਾਮ ਸ਼੍ਰੀ ਦੌਲਤ ਵਲੀ ਹੈ, ਤੇ ਪਿੰਡ ਸਾਡਾ ਮੋਫਰ ਹੈ। ਇਹ ਮੋਫਰ ਤੇ ਨੰਦਗੜ੍ਹ, ਜਿੱਥੇ ਅਸੀਂ ਨੰਦਗੜ੍ਹ ਦੇ ਵਿੱਚ ਬੈਠੇ ਹਾਂ, ਇਹ ਸਾਡਾ ਇੱਕੋ ਪਰਿਵਾਰ ਹੈ, ਇੱਕੋ ਖਾਨਦਾਨ ਹੈ ਸਾਡਾ। 1947 ਦੇ ਵਿੱਚ ਜਦੋਂ ਉਹ ਗਦਰ ਮੱਚਿਆ ਸੀ, ਉਸ ਵਕਤ ਸਾਡੇ ਪਿੰਡ ਦੇ ਸਰਦਾਰਾਂ ਨੇ, ਸਰਦਾਰ ਕਪੂਰ ਸਿਉਂ, ਸਰਦਾਰ ਪ੍ਰੀਤਮ ਸਿਉਂ, ਸਰਦਾਰ ਭਰਪੂਰ ਸਿੰਘ, ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਬਾਬਾ ਜੀ ਹਰਦਮ ਸਿੰਘ, ਬਾਬਾ ਬਖਤੌਰ ਸਿੰਘ, ਬਾਬਾ ਕਰਤਾਰ ਸਿੰਘ, ਤੇ ਹੋਰ ਬਹੁਤ ਸਾਰੇ ਪਿੰਡ ਦੇ ਬਜ਼ੁਰਗ ਸੀਗੇ। ਇੱਕ ਸਾਡੇ ਗੋਪੀ ਚੰਦ ਜੀ ਹੁੰਦੇ ਸੀ, ਇੱਕ ਬਾਬਾ ਕਪੂਰਾ ਰਾਮ ਹੁੰਦੇ ਸੀ। ਜਾਣੀ ਕੁੱਲ ਮਿਲਾ ਕੇ ਸਾਰੇ ਲੋਕਾਂ ਨੇ ਇੱਕ ਬੜੇ ਵਧੀਆ ਢੰਗ ਨਾਲ ਉਹਦੀ ਸਾਡੀ ਹਿਫਾਜ਼ਤ ਕੀਤੀ, ਸਾਡੇ ਪਰਿਵਾਰ ਦੀ। ਬੇਸ਼ੱਕ ਮੈਂ 1947 ਤੋਂ ਬਾਅਦ ਜਨਮਿਆ, ਮੇਰਾ 1958 ਦਾ ਜਨਮ ਹੈ, ਲੇਕਿਨ ਉਹ ਲੋਕਾਂ ਦਾ ਮੈਂ ਇੱਕ ਗੱਲ ਕਹੂੰਗਾ ਕਿ ਉਹ ਲੋਕਾਂ ਨੂੰ ਅਸੀਂ ਕਦੇ ਭੁਲਾ ਨਹੀਂ ਸਕਾਂਗੇ, ਖਾਸ ਕਰਕੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਡੇ ਪੂਰੇ 60 ਜੀਆਂ ਦੇ ਪਰਿਵਾਰ ਨੂੰ ਉੱਥੇ ਇਕੱਠਾ ਹੀ ਰੱਖਿਆ, ਤੇ ਸਾਡੀ ਫੁੱਲਦੀ ਨਹੀਂ ਲੱਗੀ ਇੱਥੋਂ ਤੱਕ ਕਿ ਸਾਡਾ ਨਾਂ ਡੰਗਰ ਬੱਛਾ ਵੀ ਨਹੀਂ ਖੁੱਲ੍ਹਿਆ, ਤੇ ਸਾਡੀ ਕੋਈ ਖੇਤੀ ਦਾ ਨੁਕਸਾਨ ਵੀ ਨਹੀਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਧਾੜਵੀ ਵੀ ਆਏ, ਜੰਗੀਰ ਸਿੰਘ ਸੀ, ਉਹ ਪੂਲੇ ਦਾ ਸੀਗਾ, ਉਹ ਬੰਦੇ ਨੇ ਆ ਕੇ ਬੜਾ ਇੱਥੇ ਤਰਥੱਲੀ ਮਚਾਈ। ਤੇ ਜਦੋਂ ਸਾਡੇ ਬਜ਼ੁਰਗ, ਮੇਰੇ ਫਾਦਰ ਸਾਹਿਬ, ਜੇ ਮੇਰੀ ਮਾਂ ਦੱਸਦੀ ਹੁੰਦੀ ਸੀਗੇ ਕਿ ਜਦੋਂ ਬਾਬਾ ਜੀ ਕਪੂਰ ਸਿੰਘ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਮੁਸਲਮਾਨਾਂ ਨੂੰ ਕੱਢੋ ਇੱਥੋਂ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੇਰੇ 4 ਲੜਕੇ ਤੇ 5ਵਾਂ ਮੈਂ, ਸਾਨੂੰ ਮਾਰ ਕੇ ਤੁਸੀਂ ਫਿਰ ਉਹਨਾਂ ਨੂੰ ਮਾਰ ਸਕਦੇ ਹੋ। ਤੇ ਇੱਥੋਂ ਤੱਕ ਕਿ ਬਾਬਾ ਜੀ ਪ੍ਰੀਤਮ ਸਿੰਘ ਨੇ ਮੇਰੇ ਫਾਦਰ ਸਾਹਿਬ ਨੂੰ ਬੰਦੂਕ ਵੀ ਫੜਾਈ ਹੋਈ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਥੇ ਘੱਗਰ ਦੇ ਉੱਤੇ ਇੱਕ ਬਹੁਤ ਵੱਡੇ ਕਾਫਲੇ ਸੀਗੇ, ਬੜੇ ਵੱਡੇ ਕਾਫਲੇ ਗਏ ਆ, ਜਿਸ ਤੱਕ ਮੈਨੂੰ ਪਤਾ ਲੱਗਿਆ ਕਿ 16 ਮੀਲ ਲੰਬੇ ਕਾਫਲੇ ਗਏ ਨੇ। ਪਹਿਲੇ ਚੁੱਲ੍ਹਾ ਤੋਂ ਜਦੋਂ ਬੰਦਾ ਉੱਠਦਾ ਸੀ ਤੇ ਲਾਸਟ ਚੁੱਲ੍ਹੇ ਵਾਲਾ ਉੱਥੇ ਰੋਟੀ ਬਣਾਉਂਦਾ ਸੀ, ਰਸਤਿਆਂ 'ਚ ਨੁਕਸਾਨ ਵੀ ਹੋਏ। ਤੇ ਜਦੋਂ ਉਹ ਜੰਗੀਰ ਸਿੰਘ ਪੂਲੇ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਮੈਂ ਤਾਂ ਇੱਥੋਂ ਜਾਣਾ ਹੀ ਨਹੀਂ ਜਾਂ ਇਹਨਾਂ ਨੂੰ ਮਾਰੇ ਤੋਂ ਬਗੈਰ, ਉਹ ਤਾਂ ਸਰਦਾਰ ਉਹਨਾਂ ਨੇ ਇੱਕੋ ਗੱਲ ਕਹੀ ਸੀ ਬਾਬਾ ਜੀ ਹੋਰਾਂ ਨੇ ਕਿ ਇਹ ਤਾਂ ਖੁੱਡੇ ਦੇ ਕੁੱਕੜ ਨੇ, ਜੇ ਤੁਸੀਂ ਮਾਰਨਾ ਹੈ ਤਾਂ ਘੱਗਰ ਦੇ ਉੱਤੇ ਜਾ ਕੇ ਸ਼ਿਕਾਰ ਕਰੋ, ਤੁਹਾਨੂੰ ਬੜਾ ਵਧੀਆ ਸ਼ਿਕਾਰ ਮਿਲੂਗਾ, ਉੱਥੇ ਬਹੁਤ ਸਾਰੇ ਮੁਸਲਮਾਨ ਬੈਠੇ ਨੇ। ਉਹਨਾਂ ਦੇ ਨਾਲ ਸਾਡੇ ਇੱਧਰਲੇ ਜਿਹੜੇ ਪਿੰਡ ਸੀ, ਬੇਸ਼ੱਕ ਮੁਸਲਮਾਨੀ ਪਿੰਡ ਸੀ, ਉਹ ਸਾਰੇ ਚਲੇ ਗਏ ਸੀ ਉੱਥੋਂ। ਕੁਛ ਕੁ ਇਸ ਤਰ੍ਹਾਂ ਦਾ ਇੱਕ ਡਰ ਮਹਿਸੂਸ ਹੋਇਆ ਵੀ ਕਿ ਐਡਾ ਵੱਡਾ ਕਾਫਲਾ ਹੈ, ਕਿਤੇ ਇਸ ਪਾਸੇ ਨਾ ਆ ਪਵੇ। ਤੇ ਫਿਰ ਇਹ ਬਾਬਾ ਜੀ ਕਪੂਰ ਸਿੰਘ ਹੋਰੀ, ਇਹ ਵੀ ਰਿਟਾਇਰਡ ਫੌਜੀ ਸੀ, ਇੱਕ ਸਰਦਾਰ ਬਾਬਾ ਜੀ ਮੇਰ ਸਿੰਘ ਸੀਗਾ, ਤੇ ਬਾਬਾ ਜੀ ਕਪੂਰ ਪ੍ਰੀਤਮ ਸਿੰਘ ਹੋਰਾਂ ਨੇ, ਇਹਨਾਂ ਨੇ ਫਿਰ ਇੱਕ ਮੇਰੇ ਫਾਦਰ ਸਾਹਿਬ ਤੋਂ ਇੱਕ ਤੋਪ ਬਣਵਾਈ ਸੀ। ਤਾਂ ਜਦੋਂ ਤੋਪ ਬਣਵਾਈ ਤਾਂ ਉਸ ਤੋਪ ਦਾ ਫਿਰ ਗੋਲਾ ਛੱਡਦੇ ਹੁੰਦੇ ਸੀ ਸ਼ਾਮ ਨੂੰ,
ਤੇ ਉਹ ਇਸ ਤਰ੍ਹਾਂ ਉਹ ਮੁਸਲਮਾਨਾਂ ਨੂੰ ਵੀ ਸੀ ਵੀ ਜਿਹੜੇ ਮੋਫਰ ਵਾਲੇ ਸਰਦਾਰ ਨੇ ਇਹਨਾਂ ਕੋਲੇ ਤਾਂ ਬਹੁਤ ਵੱਡਾ ਭਾਰੀ ਅਸਲਾ ਹੈ, ਉਹ ਤੋਪ ਇਹਨਾਂ ਕੋਲੇ, ਇਸ ਕਰਕੇ ਉਹ ਇੱਧਰ ਵੱਲ ਝਾਕੇ ਵੀ ਹੈ ਨਹੀਂ ਗੇ। ਖੈਰ ਮੈਂ 1947 ਤੋਂ ਬਾਅਦ ਦੀ ਜੇ ਗੱਲ ਕਰਾਂ ਤਾਂ ਇੱਕ ਉਹ ਐਸਾ ਰਿਸ਼ਤਾ ਨਿਭਿਆ ਜਿੱਥੇ ਸਾਡੇ ਪਿੰਡ ਦੀ ਇੱਕ ਹੋਰ ਖਾਸ ਮੈਂ ਮਹੱਤਤਾ ਜ਼ਰੂਰ ਦੱਸਣਾ ਚਾਹਾਂਗਾ ਕਿ ਸਾਡੇ ਪਿੰਡ ਦੇ ਵਿੱਚ ਮੇਰੀ ਮਾਂ ਦੱਸਦੀ ਹੁੰਦੀ ਸੀ ਜੇ ਕੋਈ ਮੁਸਲਮਾਨ ਵੱਢਿਆ ਟੁੱਕਿਆ ਆਉਂਦਾ ਸੀ ਤਾਂ ਉਹਨੂੰ ਉੱਥੋਂ ਆਰਾਮ ਕਰਵਾ ਕੇ ਉਹਦੀਆਂ ਮੱਲਮ ਪੱਟੀ ਕਰਕੇ ਉਹਨੂੰ ਉੱਥੇ ਛੱਡ ਕੇ ਆਉਂਦੇ ਸੀ। ਮੇਰੇ ਚਾਚਾ ਜੀ ਸੀਗੇ ਗਨੀਦੀਨ, ਮੇਰੇ ਫਾਦਰ ਸਾਹਿਬ ਸੀਗੇ ਅਤੇ ਹੋਰ ਜਿਹੜੇ ਬੰਦੇ ਸੀਗੇ ਪਿੰਡ ਦੇ ਲੋਕ ਸੀ, ਬਾਬਾ ਜਿਵੇਂ ਮੈਂ ਬਾਬਾ ਜੀ ਹਰਮਨ ਸਿੰਘ ਦੀ ਗੱਲ ਕਰ ਰਿਹਾ ਅਤੇ ਬਾਬਾ ਸਾਡੇ ਤਾਇਆ ਜੀ ਮੱਗਰ ਸਿੰਘ ਹੁੰਦੇ ਸੀ ਅਤੇ ਜਿਹੜੇ ਦੂਸਰੇ ਪਿੰਡ ਦੇ ਨਾਲ ਦੇ ਲੋਕ ਸੀ, ਇਹ ਸਾਰੇ ਉੱਥੇ ਉਹਨਾਂ ਨੂੰ ਛੱਡ ਕੇ ਆਉਂਦਾ ਸੀ। ਸਾਡੇ ਨਾਲ ਪਿੰਡ ਪਿਲਛੀਆਂ ਸੀਗੇ, ਪਿਲਛੀਆਂ ਦਾ ਟੋਟਲ ਹੀ ਬੱਚਾ ਮਾਰ ਦਿੱਤਾ ਸੀ, 1-2 ਪਰਿਵਾਰ ਹੀ ਬਾਕੀ ਉੱਥੋਂ ਨਿਕਲੇ ਸੀ। 94 ਦੇ ਵਿੱਚ ਮੈਂ ਪਾਕਿਸਤਾਨ ਗਿਆ, 94 'ਚ ਪਾਕਿਸਤਾਨ ਗਿਆ। ਬੜੀਆਂ ਲੋਕਾਂ ਦੀਆਂ ਯਾਦਾਂ ਸੀਗੀਆਂ। ਇਹ ਸਾਡੇ ਚਾਚਾ ਜੀ ਜਲਾਲਦੀਨ ਸੀਗੇ, ਉਹ ਦਾਤੇ ਵਾਸਦੇ, ਉਹ ਮੈਨੂੰ ਮਿਲੀ ਸੀ ਉਸ ਵਕਤ। ਉਹ ਜਿਉਂਦੇ ਸੀ, ਹੁਣ ਤਾਂ ਉਹਨਾਂ ਨੂੰ ਪਿਆਰੇ ਹੋ ਗਏ ਨੇ। ਉਹ ਕਹਿੰਦੇ ਮੈਂ ਰੋਜ਼ਾਨਾ ਆਪਣੇ ਖੇਤ ਸੁਪਨੇ ਦੇ ਵਿੱਚ ਗੇੜਾ ਮਾਰ ਕੇ ਆਉਣਾ। ਪਰਲੇ ਪਾਸੇ ਕੱਸੀ ਦੇ ਪਰਲੇ ਪਾਸੇ ਦਾਤੇਵਾਸ, ਉਹ ਦੱਸਦੇ ਸੀ ਕਿ ਸਾਡਾ ਉੱਧਰ ਖੇਤ ਸੀਗਾ। ਇੱਕ ਮਾਈ ਮਿਲੀ ਮੈਨੂੰ ਘਰਾਂਗਣੇ ਦੀ, ਉਹ ਮੈਨੂੰ ਕਹਿੰਦੀ ਜਵਾਨਾ ਕਿਹੜਾ ਪਿੰਡ ਆ? ਮੈਂ ਕਿਹਾ ਜੀ ਮੋਫਰ ਆ ਮੇਰਾ ਪਿੰਡ। ਅਤੇ ਮੈਂ ਕਿਹਾ ਜੀ ਤੁਹਾਡਾ ਪਿੰਡ? ਕਹਿੰਦੀ ਸਾਡਾ ਪਿੰਡ ਦਾ ਘਰਾਂਗਣਾ ਹੈ। ਮੈਂ ਕਿਹਾ ਜੀ ਘਰਾਂਗਣੇ ਦਾ ਮੈਂ ਜਾਂਦਾ ਰਹਿਣਾ, ਬਹੁਤ ਜਾਂਦਾ ਰਹਿਣਾ। ਉਹ ਮੈਨੂੰ ਇੱਕਦਮ ਪੁੱਛਦੀ ਹੈ, ਕਹਿੰਦੀ ਐਂ ਦੱਸ ਉੱਥੇ ਉਹ ਬੋਰਡ ਖੜ੍ਹਾ ਹੈ ਟੋਭੇ ਦੇ ਉੱਪਰ? ਅਤੇ ਹੋਰ ਮੈਂ ਇੱਕ ਸਾਡੇ ਤਾਇਆ ਜੀ ਚਾਨਣ ਖਾਂ ਸੀ ਪਿਲਛੀਆਂ ਤੋਂ, ਉਹਨਾਂ ਦੇ ਭੈਣ ਸੀ ਉੱਥੇ ਚਿਸ਼ਤੀਆਂ ਮੰਡੀ। ਮੈਂ ਉੱਥੇ ਗਿਆ ਤਾਂ ਉਹ ਇਹ ਮੰਨੋ ਕਿ ਜਿਸ ਤਰ੍ਹਾਂ ਗਾਂ ਬਛਰੂ ਨੂੰ ਚੱਟਦੀ ਹੁੰਦੀ ਹੈ, ਇਸ ਤਰ੍ਹਾਂ ਦਾ ਪਿਆਰ ਔਰ ਮੁਹੱਬਤ ਮੈਨੂੰ ਉੱਥੇ ਮਿਲਿਆ। ਰੋੜੀ ਦੇ ਨੰਬਰਦਾਰ ਸੀ, ਉਹਨਾਂ ਬਾਰੇ ਉੱਥੋਂ ਦੇ ਜਿਹੜੇ ਰੋੜੀ ਦੇ ਉਹ ਹਕੀਮ ਸੀਗੇ, ਉਹ ਹਕੀਮਾਂ ਦਾ ਬੜਾ ਵੱਡਾ ਪਰਿਵਾਰ ਆ। ਉਹ ਜਹਾਨੀਆ ਮੰਡੀ ਮੈਂ ਗਿਆ ਸੀ, ਮੇਰੀ ਮਾਸੀ ਸੀਗੀ। ਮੇਰੀ ਮਾਸੀ ਇੱਕ ਇੱਥੋਂ ਦੀ ਸੀ, ਝਨੀਰ ਦੀ ਸੀਗੀ ਉਹ, ਅਤੇ ਇੱਕ ਉੜਤਾਂ ਦੀ ਸੀ, ਉੜਤ ਸੈਦੇ ਵਾਲੇ ਦੀ। ਉੱਥੇ ਖਾਸੀਅਤ ਔਰ ਵਿਸ਼ੇਸ਼ਤਾ ਇਹ ਹੈ ਕਿ ਜਿੰਨੇ ਵੀ ਲੋਕ ਉੱਥੇ ਰਹਿੰਦੇ ਨੇ, ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਦੇ ਪਿੰਡ ਨਾਲ ਦੇ ਨਾਲ ਹੀ ਜਾਣਿਆ ਜਾਂਦਾ ਹੈ। ਜੇ ਤੁਸੀਂ ਕਿਸੇ ਨੂੰ ਪੁੱਛੋ, ਮੇਰੇ ਮਾਸੜ ਜੀ ਦਾ ਨਾਮ ਨਵਾਬਦੀਨ ਸੀ, ਜੇ ਤੁਸੀਂ ਪੁੱਛੋ ਕਿਸੇ ਨੂੰ ਵੀ ਨਵਾਬ ਦਾ ਘਰ ਕਿਹੜਾ ਹੈ ਤਾਂ ਤੁਹਾਨੂੰ ਜਲਦੀ ਨਹੀਂ ਦੱਸੂ। ਜੇ ਤੁਸੀਂ ਪੁੱਛੋਗੇ ਝਨੀਰੀਆਂ ਵਾਲਿਆਂ ਦਾ ਘਰ ਕਿਹੜਾ ਹੈ, ਝਨੀਰੀਆਂ ਦਾ ਘਰ ਕਿਹੜਾ ਹੈ, ਤੁਹਾਨੂੰ ਫਟਾਫਟ ਦੱਸ ਦੇਣਗੇ ਫਲਾਣੀ ਜਗ੍ਹਾ 'ਤੇ ਹੈ। ਇਸ ਤਰ੍ਹਾਂ ਜਿਹੜੇ ਬੋਹਾ ਤੋਂ ਗਏ ਨੇ, ਅਚਾਨਕ ਤੋਂ ਗਏ ਨੇ, ਜਾਂ ਹੋਰ ਪਿੰਡਾਂ ਤੋਂ ਗਏ ਸੀ, ਉਹਨਾਂ ਸਾਰਿਆਂ ਦੇ ਨਾਮ ਵੀ ਉਸ ਤਰ੍ਹਾਂ ਦੇ ਸੀ। ਇਸ ਤਰ੍ਹਾਂ ਦੀ ਇੱਕ ਮੁਹੱਬਤ ਮਿਲੀ ਉੱਥੇ ਮੈਨੂੰ, ਇਸ ਤਰ੍ਹਾਂ ਦਾ ਉੱਥੇ ਪਿਆਰ ਮਿਲਿਆ। ਬੜੇ ਲੋਕ ਆਪਣੇ ਦੋਸਤਾਂ ਨੂੰ ਯਾਦ ਕਰਦੇ ਸੀ। ਇੱਕ ਬੰਦਾ ਸਾਡੇ ਮਗਰ 3 ਦਿਨ ਫਿਰਦਾ ਰਿਹਾ, ਕੁਦਰਤੀ ਅਸੀਂ ਨਹੀਂ ਮਿਲੇ। ਸਾਡੇ ਤਾਇਆ ਜੀ ਸੀ ਇੱਥੇ ਬਿੱਲੂ, ਸਾਡੇ ਅੰਸਾਰੀ ਪਰਿਵਾਰ ਸੀ ਜਲਾਹਾਂ ਦੇ ਵਿੱਚੋਂ, ਉਹਨਾਂ ਦਾ ਉਹ ਸਾਲਾ ਸੀ ਇੱਥੇ ਸਾਡੇ ਪਿੰਡ ਮੋਫਰ ਰਹਿ ਕੇ ਜਾਂਦਾ ਸੀ। ਉਹ ਤਾਇਆ ਜੀ ਮੱਗਰ ਸਿੰਘ ਹੋਰਾਂ ਨੂੰ, ਬਘੇਰ ਸਿੰਘ ਹੋਰਾਂ ਨੂੰ ਕਾਫੀ ਉਹਨਾਂ ਨੇ ਯਾਦ ਕਰਦੇ ਸੀ। ਪੂਰੇ 3 ਦਿਨਾਂ ਬਾਅਦ ਅਸੀਂ ਉਹਨਾਂ ਨੂੰ ਮਿਲੇ ਜਾ ਕੇ, ਫਿਰ ਉਹਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਨੇ ਆਪੋ ਆਪਣੇ ਦੁੱਖ ਫਰੋਲੇ, ਮੈਨੂੰ ਚਿੱਠੀਆਂ ਵੀ ਦਿੱਤੀਆਂ। ਅਸੀਂ ਜੇ ਸਾਡਾ ਇੱਕ ਪਰਿਵਾਰ ਸੀ ਜਿਹੜਾ ਜਿਸ ਘਰ ਦੇ ਵਿੱਚ ਅਸੀਂ, ਉਹ ਘਰ ਅੱਜ ਵੀ ਸਾਡੇ ਕੋਲ ਹੈ। ਮੇਰੀ ਮਾਸੀ ਦਾ ਲੜਕਾ ਰਹਿੰਦਾ ਹੈ। ਮੇਰੇ ਨਾਨਕੇ ਬਖੋਰਾ ਕਲਾਂ ਨੇ, ਮੇਰੀ ਮਾਂ ਹੋ ਰਹੀਆਂ ਕਈ ਭੈਣਾਂ ਸੀ। ਇੱਕ ਮਾਸੀ ਸੀ ਸਾਡੀ, ਉਹਨਾਂ 'ਚੋਂ 47 ਦੇ ਵਿੱਚੋਂ ਉਹ ਕਿਸ਼ਨਗੜ੍ਹ ਸੇਢਾ ਜਿਹੜਾ ਬਰੇਟਿਆਂ ਦੇ ਕੋਲ ਹੈ, ਉੱਥੇ ਕਿਸੇ ਜ਼ਿਮੀਂਦਾਰ ਦੇ ਘਰ ਰਹਿ ਗਈ ਸੀਗੀ। ਇੱਕ ਵਾਰ ਵਿਚਾਰੀ ਆਈ, ਉਹ ਮੈਨੂੰ ਬੜਾ ਦੁੱਖ ਹੋਇਆ। ਮੈਂ ਛੋਟਾ ਸੀ ਉਦੋਂ, ਮੇਰੇ ਨਾਨਕੇ ਪੜ੍ਹਦਾ ਹੁੰਦਾ ਸੀ। ਮੇਰੀ ਮਾਮੀ ਨੇ ਉਹਦੇ ਨਾਲ ਬੜਾ ਕੁਰਖਤ ਜਿਹਾ ਵਿਹਾਰ ਕੀਤਾ, ਮੈਨੂੰ ਬਿਲਕੁਲ ਅੱਛਾ ਨਹੀਂ ਲੱਗਿਆ। ਉਹ ਵਿਚਾਰੀ ਦੇ ਕੀ ਸਾਰੇ ਸੀ। ਉਸ ਤੋਂ ਬਾਅਦ ਮੈਂ ਜਦੋਂ 94 ਤੋਂ ਬਾਅਦ ਪਾਕਿਸਤਾਨ ਤੋਂ ਵਾਪਸ ਆਇਆ, ਮੇਰੀ ਮਿਲਣ ਦੀ ਇੱਛਾ ਵੀ ਹੋਈ, ਲੇਕਿਨ ਅਫਸੋਸ ਕਿ ਮੈਂ ਮਿਲ ਨਹੀਂ ਸਕਿਆ। ਉਹ ਮਰ ਚੁੱਕੀ ਹੈ ਵਿਚਾਰੀ। ਇੱਕ ਉੱਥੋਂ ਦੀ ਇੱਕ ਔਰਤ ਸੀਗੀ, ਉਹ ਉੱਥੇ ਕਿਸੇ ਪਿੰਡ ਦੇ ਘਰ ਰਹਿ ਰਹੀ ਸੀਗੀ। ਮਤਲਬ ਇਕੱਲਾ ਮੁਸਲਮਾਨਾਂ ਨਾਲ ਨਹੀਂ ਹੋਇਆ, ਉੱਧਰ ਵੀ ਹੋਇਆ। ਉੱਧਰ ਵੀ ਵਿਚਾਰੀਆਂ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਮੁਸਲਮਾਨਾਂ ਦੇ ਘਰਾਂ 'ਚ ਨੇ। ਇੱਧਰ ਬਹੁਤ ਸਾਰੀਆਂ ਜਿਹੜੀਆਂ ਮੁਸਲਮਾਨ ਔਰਤਾਂ ਨੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰਾਂ ਦੇ ਵਿੱਚ ਨੇ। ਮੇਰੀ ਮਾਸੀ ਉਸ ਵਕਤ ਉੱਥੇ ਸੀਗੀ। ਉਹਦਾ ਜਿਹੜਾ ਬੇਟਾ ਸੀ ਉਹ 1 ਦਿਨ ਦਾ ਸੀ, ਜਿਸ ਨੂੰ ਰੌਲਾ ਪਿਆ ਉੱਥੇ। ਉਹ ਆਪਣੇ ਬੱਚੇ ਨੂੰ ਲੈ ਕੇ ਗਲੀ ਫਿਰਦੀ ਸੀ। ਮੇਰੇ ਇੱਕ ਨਾਨਾ ਜੀ ਦਾ ਦੋਸਤ ਸੀ, ਉਹਦੇ ਘਰ ਗਈ, ਉਹਨੇ ਉਹਨੂੰ ਰੱਖਣ ਤੋਂ ਜਵਾਬ ਦਿੱਤਾ। ਉਸ ਤੋਂ ਬਾਅਦ ਉਹ ਦੱਸਦੀ ਹੁੰਦੀ ਸੀ, ਕਹਿੰਦੀ ਮੈਂ ਗਲੀ ਜਾ ਕੇ ਸ਼ਾਮੇ ਉੱਥੇ ਸਾਡੇ ਇੱਕ ਮੇਰੇ ਨਾਨਕਿਆਂ ਦੇ ਵਿੱਚ ਇੱਕ ਧਰਮਸ਼ਾਲਾ, ਉਹ ਧਰਮਸ਼ਾਲਾ ਦੇ ਉਹ ਹੇਠਾਂ ਲੋਕੀ ਜਦੋਂ ਰਾਤ ਟਿੱਕੀ, ਉੱਥੋਂ ਜਦੋਂ ਚੱਲੀ ਅਤੇ ਉੱਥੇ ਇੱਕ ਬੌਰੀਆ ਸਿੰਘ ਦਾ ਨਾਮ ਸੀ, ਦਾ ਬੰਦਾ ਸੀ, ਉਹ ਉੱਪਰ ਖੜ੍ਹਾ ਸੀ। ਉਹ ਵੇਖ ਰਿਹਾ ਸੀ। ਜਦੋਂ ਉਹਨੇ ਵੇਖਿਆ, ਉਹਨੇ ਆਵਾਜ਼ ਮਾਰੀ, ਸਮਾਂ ਕਿੱਧਰ ਜਾ ਰਹੀਆਂ? ਉਹ ਕਹਿੰਦੀ ਭਾਈ ਬਖਤਾਂ ਦੀ ਮਾਰੀਆਂ, ਪਤਾ ਨਹੀਂ ਕਿੱਥੇ ਜਾਵਾਂਗੇ। ਅਤੇ ਉੱਥੋਂ ਅੰਦਰ ਲਿਆਂਦੀ। ਉਸ ਤੋਂ ਬਾਅਦ ਫਿਰ ਉਹਨੂੰ ਜਿਸ ਤਰ੍ਹਾਂ ਇਹ ਦਰਬਾਰਾ ਸਿੰਘ ਹੋਰੀ, ਬਚਨ ਸਿੰਘ ਹੋਰੀ, ਜਿਹੜੇ ਉਹ ਦਾਨੇ ਵਾਲੇ ਦੇ ਸੀ ਸਾਡੇ ਪਿੰਡ ਦੇ, ਬਾਬਾ ਜੀ ਹੋਰਾਂ ਨੇ ਇੱਥੋਂ ਭੇਜੇ। ਉਹਨਾਂ ਨੂੰ ਫਿਰ ਉਹ ਲੈ ਕੇ ਇੱਥੇ ਸਾਡੇ ਪਿੰਡ ਲੈ ਕੇ ਆਏ।
ਨਾਨੀ ਮੇਰੀ ਉੱਥੇ ਕੋਈ ਬਾਜੀਗਰ ਸੀ, ਉਹਨਾਂ ਨਾਲ ਉਹਦੀ ਚੁੰਨੀ ਬੈਠੀ ਹੋਈ ਸੀ, ਉਹਨਾਂ ਨੇ ਰੱਖੀ। ਤੇ ਮਾਮਾ ਤੇ ਮੇਰਾ ਦੋਵਾਂ, ਇੱਕ ਮਾਮੇ ਦਾ ਚਾਚੇ ਦਾ ਲੜਕਾ, ਉਹ ਦੋਵਾਂ ਨੂੰ ਉੱਥੋਂ ਅੰਦਰੋਂ ਜਦੋਂ ਕੋਈ ਸਮਾਨ ਨਾਨੀ ਨੇ ਉੱਥੇ ਕਿਹਾ ਵੀ ਇੱਥੇ ਆ ਕੋਲੇ ਦੇ ਕੋਲੇ ਸਮਾਨ ਪਿਆ, ਸੋਨਾ ਵਗੈਰਾ ਦੱਬਤਾ ਸੀ, ਤੇ ਉਸ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਕਰਿਓ ਵੀ ਜੇ ਤੁਸੀਂ ਬਚ ਗਏ ਤਾਂ ਇਹ ਕੱਢ ਲਿਓ, ਤੇ ਮਾਰੇ ਗਏ ਤਾਂ ਚਲੋ ਰੱਬ ਰੱਖਾ। ਉਸ ਤੋਂ ਬਾਅਦ ਜਦੋਂ ਕੁਦਰਤੀ ਦੋਵੇਂ ਜਣੇ ਬਾਹਰ ਆਏ, ਬਾਹਰ ਆ ਕੇ ਉਹਨਾਂ ਨੇ ਕੀ ਕੀਤਾ, ਉੱਧਰੋਂ ਕੋਈ ਲਗਾੜੇ ਆ ਗਏ, ਧਾੜਵੀ ਆ ਗਏ। ਉਹਨਾਂ ਧਾੜਵੀਆਂ ਨੇ ਉਹਨਾਂ ਨੂੰ ਫੜ ਲਿਆ, ਕਹਿੰਦੇ ਦੱਸੋ ਸਮਾਨ ਕਿੱਥੇ ਆ। ਉਹ ਉਹਨਾਂ ਨੂੰ ਅੰਦਰ ਲੈ ਗਏ ਜੀ। ਅੰਦਰ ਲਿਜਾ ਕੇ ਉਹ ਜਦੋਂ ਸਮਾਨ ਦੇਤਾ ਉਹਨਾਂ ਨੂੰ, ਉਹ ਆਪਸ ਵਿੱਚ ਲੜ ਪਏ। ਉਹਨਾਂ ਨੂੰ ਮਾਰਨ ਦਾ ਵਕਤ ਨਾ ਮਿਲਿਆ। ਉਹ ਥੋੜ੍ਹੇ ਹੁਸ਼ਿਆਰ ਸੀ ਮਾਮਾ ਜੀ ਮੇਰਾ, ਗੁਲਜ਼ਾਰਦੀਨ ਸੀ ਉਹਨਾਂ ਨੂੰ, ਇੱਕ ਕਪੂਰਦੀਨ ਸੀ, ਦੋ ਸੀਗੇ ਮੇਰੇ ਮਾਮੇ। ਇੱਕ ਮਾਮਾ ਤਾਂ ਮੇਰਾ ਪਹਿਲਾਂ ਮੁਖਤਿਆਰਦੀਨ ਸੀ, ਪਹਿਲੇ ਰੋਲੇ ਤੋਂ ਮਾਰ ਦਿੱਤਾ ਗਿਆ ਸੀ ਕਿਸੇ ਵੱਲੋਂ। ਇੱਕ ਮੇਰੀ ਮਾਸੀ ਸੀਗੀ ਉੱਥੇ, ਉਹ ਬੜੀ ਦਲੇਰ ਸੀ, ਉਹਨੇ ਕਿਸੇ ਨਾਲ ਜਾਣਾ ਕਬੂਲ ਨਹੀਂ ਕੀਤਾ, ਉੱਥੇ ਮਿਲਟਰੀ ਨੇ ਮਾਰਤੀ ਸੀ। ਤੇ ਉੱਥੋਂ ਜਦੋਂ ਉਹ ਬਾਹਰ ਨਿਕਲੇ ਤਾਂ ਉੱਥੇ ਇੱਕ ਮੁਖਤਿਆਰ ਸੀਗਾ, ਕਾਨੇ ਕੇ ਦੇ ਕਿਹੜਾ ਪਿੰਡ ਸੀ ਉਹ, ਇੱਧਰ ਬਰਨਾਲੇ ਦੇ ਨਾਲ ਆ ਪਿੰਡ, ਚੋਹਾਣਕੇ ਪਿੰਡ ਦੇ ਸੀ ਉਹ ਮੁਖਤਿਆਰ ਦਾ ਨਾਮ ਮੈਂ ਭੁੱਲ ਗਿਆ। ਤੇ ਉਹ ਮੇਰੇ ਨਾਨਾ ਜੀ ਦੇ ਦੋਸਤ ਸੀਗੇ। ਜਦੋਂ ਬਾਹਰ ਨਿਕਲੇ ਉਹ ਕਹਿੰਦੇ ਭਾਈ ਗੁਲਜ਼ਾਰ ਕਿੱਧਰ ਜਾ ਰਿਹਾ ਤੂੰ? ਉਹ ਕਹਿੰਦਾ ਜੀ ਸਾਡਾ ਤਾਂ ਹੁਣ ਕੁਛ ਨਹੀਂ ਪਤਾ ਵੀ ਕਿੱਧਰ ਜਾਈਏ। ਕਹਿੰਦੇ ਆ ਜਾ ਮੇਰੇ ਨਾਲ। ਤਾਂ ਉਹਨਾਂ ਨੇ ਉਹਨਾਂ ਨੂੰ ਅੰਦਰ ਰੱਖਿਆ ਆਪਣੇ, ਉਹੀ ਸਰਦਾਰ, ਕਿਉਂਕਿ ਮੇਰੇ ਨਾਨਾ ਜੀ ਸੀ ਜਿਹੜੇ ਉਹ ਪਰਜਾ ਮੰਡਲ ਲਹਿਰ ਦੇ ਵਿੱਚ ਬਹੁਤ ਐਕਟਿਵ ਸੀਗੇ। ਕਾਲੂ ਖਾਨ ਉਹਨਾਂ ਦਾ ਨਾਂ ਸੀ, ਕਾਲੂ ਖਾਨ ਨੰਬਰਦਾਰ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਤੇ ਮਿਣਤੀ ਵਗੈਰਾ 'ਚ ਬੜੇ ਉਹ ਮਸ਼ਹੂਰ ਸੀ। ਉਹ ਪਰਜਾ ਮੰਡਲ ਲਹਿਰ ਕਰਕੇ ਜਿਹੜੇ ਸਰਦਾਰ ਸੀ ਉਹਨਾਂ ਨਾਲ ਖਾਰ ਖਾਂਦੇ ਸੀਗੇ। ਤੇ ਜਿਹੜਾ ਜ਼ਿਆਦਾਤਰ ਨੁਕਸਾਨ ਹੋਇਆ ਉਹ ਉਹਨਾਂ ਸਰਦਾਰਾਂ ਦੀ ਵਜ੍ਹਾ ਕਰਕੇ ਉੱਥੇ ਹੋਇਆ, ਬਖੋਰਾ ਕਲਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਜਦੋਂ ਉਹ ਉਹਦੇ ਘਰੇ ਰਹੇ, ਉਹਨਾਂ ਨੇ ਜੀ ਲੁਕੋ ਕੇ ਰੱਖਿਆ ਉਹਨਾਂ ਨੂੰ। ਕਾਫੀ ਦੇਰ ਬਾਅਦ ਜਦੋਂ ਟਿਕਟਕਾ ਹੋਇਆ ਤਾਂ ਸਰਦਾਰ ਸੀ, ਜੱਜ ਸੀ ਬਰਨਾਲੇ में, ਜਿੱਥੋਂ ਤੱਕ ਮੈਂ ਸੁਣਿਆ। ਤੇ ਉਹ ਕਹਿੰਦੇ ਵੀ ਕੋਈ ਨੌਕਰ ਚਾਹੀਦਾ ਆਪਾਂ ਨੂੰ, ਬੰਦਾ ਕੰਮ ਕਰਨ ਵਾਲਾ ਰਿਹਾ ਹੀ ਨਹੀਂ। ਉਹ ਕਹਿੰਦਾ ਜੀ ਮੇਰੇ ਕੋਲ 2 ਮੁੰਡੇ ਹੈਗੇ ਨੇ, ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਨੂੰ ਲੈ ਲੈਣਾ। ਤਾਂ ਉਹਨਾਂ ਨੇ ਕੀ ਕੀਤਾ ਜੀ, ਚਲੋ ਉਹਨਾਂ ਨੂੰ ਸਾਹਮਣੇ ਲਿਆਂਦਾ ਜੀ, ਉਹਨਾਂ ਨੇ ਰੱਖ ਲਏ, ਬਰਨਾਲੇ ਰੱਖੇ ਉਹ। ਤੇ ਬੜੀ ਗੁਲਾਮਾਂ ਦੀ ਜ਼ਿੰਦਗੀ ਉਹਨਾਂ ਨੇ ਜਿਉਣੀ, ਬਹੁਤ ਜ਼ਿਆਦਾ। ਹੌਲੀ ਹੌਲੀ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗਿਆ। ਮੇਰੇ ਫਾਦਰ ਸਾਹਿਬ ਨੇ ਬਾਬਾ ਜੀ ਹੋਰਾਂ ਨਾਲ ਗੱਲ ਕੀਤੀ, ਕਪੂਰ ਸਿੰਘ ਨਾਲ ਤੇ ਪ੍ਰੀਤਮ ਸਿੰਘ ਹੋਰਾਂ ਨਾਲ, ਤੇ ਬਾਬਾ ਜੀ ਭਰਪੂਰ ਸਿੰਘ ਹੋਰਾਂ ਨਾਲ। ਫਿਰ ਉੱਥੋਂ ਕੀ ਕੀਤਾ, ਉੱਥੋਂ ਉਹਨਾਂ ਨੇ ਕੀ ਕੀਤਾ, ਉੱਥੋਂ ਲਿਜਾ ਕੇ ਪਟਿਆਲੇ ਲੈ ਗਏ ਸੀ ਉਹਨਾਂ ਨੂੰ। ਉਸ ਤੋਂ ਬਾਅਦ ਫਿਰ ਪਟਿਆਲੇ ਤੋਂ ਮੇਰੇ ਫਾਦਰ ਸਾਹਿਬ ਹੋਰਾਂ ਨੇ, ਮੇਰੇ ਬਾਪੂ ਜੀ ਹੋਰਾਂ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਬਾਪੂ ਜੀ ਨੇ ਮਿਲੇ, ਜਾ ਕੇ ਉਹਨਾਂ ਨੂੰ ਮਿਲਦੇ ਰਹੇ, ਥੋੜ੍ਹਾ ਬਹੁਤਾ ਮਿਲਾ ਕੇ ਫਿਰ ਉਹਨਾਂ ਨੂੰ ਟਾਈਮ ਬੰਨ੍ਹ ਕੇ ਫਿਰ ਇਹ ਬਾਬਾ ਜੀ ਹੋਰਾਂ ਦੇ ਸਹਿਮਤੀ ਨਾਲ ਇਹਨਾਂ ਨੇ, ਫਿਰ ਇਹ ਬਾਬਾ ਜੀ ਕਪੂਰ ਸਿੰਘ ਸੀ ਤੇ ਪ੍ਰੀਤਮ ਆਪਣਾ ਭਰਪੂਰ ਸਿੰਘ ਸੀ, ਇਹਨਾਂ ਨੇ ਉੱਥੋਂ ਉਹਨਾਂ ਨੂੰ ਕੱਢਿਆ ਜੀ। ਫਿਰ ਉਹਨਾਂ ਦੀ ਕੋਠੀ ਲਿਆਂਦਾ ਮੇਰੇ ਫਾਦਰ ਸਾਹਿਬ ਨੇ। ਜਦੋਂ ਕੋਠੀ ਲਿਆਂਦਾ, ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਜੀਪ ਰਾਹੀਂ ਇੱਥੇ ਬਾਬਾ ਜੀ ਹੋਣੀ ਇੱਥੇ ਮੋਫਰ ਲੈ ਕੇ ਆਏ। ਮੋਫਰ ਲਿਆਂਦਾ ਤੇ ਬਾਅਦ ਦੇ ਵਿੱਚ ਉਹਨਾਂ ਨਾਲ ਵੀ ਇਹਨੂੰ ਸਰਦਾਰਾਂ ਦਾ ਝਗੜਾ ਹੋਇਆ ਵੀ ਤੁਸੀਂ ਕਿਉਂ ਲੈ ਕੇ ਗਏ ਹੋ, ਵੀ ਤੁਹਾਡੀ ਸ਼ਾਇਦ ਤੋਂ ਬਿਨਾਂ ਨਿਕਲ ਨਹੀਂ ਸਕਦੇ ਸੀ ਉਹ। ਲੇਕਿਨ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੀ। ਉਸ ਤੋਂ ਬਾਅਦ ਉਹ ਲਿਆਉਣ ਤੋਂ ਬਾਅਦ ਫਿਰ ਇੱਥੇ ਰਹੇ ਕੁਛ ਦੇਰ। ਫਿਰ ਉਹਨਾਂ ਨੂੰ ਇੱਥੇ ਫਰੀਦ ਕੇ ਕੁਛ ਦੇਰ ਰੱਖਿਆ ਗਿਆ। ਫਰੀਦ ਕੇ ਇਹਨਾਂ ਨੇ ਕੋਈ ਕੰਮ ਜਿਹੜਾ ਉਹੀ ਲੋਹਾਰੇ ਦਿਖਾਣੇ ਦਾ ਕੰਮ ਕੀਤਾ। ਉਸ ਤੋਂ ਬਾਅਦ ਫਿਰ ਉਹੀ ਬਖੋਰਾ ਕਲਾਂ ਦੇ ਜਿਹੜੇ ਲੋਕ ਸੀ ਉਹ ਆ ਕੇ ਉੱਥੋਂ ਉਹਨਾਂ ਨੂੰ ਵਾਪਸ ਲੈ ਗਏ ਸੀਗੇ। ਇਸ ਤਰ੍ਹਾਂ ਦੀ ਇੱਕ ਦਾਸਤਾਨ ਹੈ। ਉਹ ਗੱਲ ਨੂੰ ਜਰਾ ਇੱਕ ਵਿਸਤਾਰ ਨਾਲ ਦੱਸਿਓ ਜੀ। ਉਹ ਕੌਣ ਔਰਤ ਸੀ, ਕਿਹੜੇ ਪਿੰਡ ਚਲ ਗਈ, ਕੀ ਹੋਇਆ, ਕਿੱਦਾਂ ਫੇ ਆਈ, ਉਹ ਕੀ ਸਾਰੀ ਕਹਾਣੀ ਉਹ ਦੱਸੋ। ਉਹਦਾ ਨਾਂ ਵੀ ਮੈਨੂੰ, ਔਰਤ ਦਾ ਨਾਂ ਵੀ ਯਾਦ ਚਲੋ ਤੁਸੀਂ ਵੈਸੇ ਹੀ ਦੱਸ ਦਿਓ ਕਿਹੜੇ ਪਿੰਡੋਂ ਸੀ ਉਹ। ਬਖੋਰਾ ਕਲਾਂ ਮੇਰੀ ਮਾਸੀ ਸੀ ਜੀ। ਤੁਹਾਡੀ ਸਗੀ ਮਾਸੀ? ਹਾਂ, ਮਾਸੀ ਮਾਂ ਦੇ ਚਾਚੇ ਦੀ ਕੁੜੀ ਸੀ, ਸਕੇ ਚਾਚੇ ਦੀ ਕੁੜੀ। ਪਹਿਲਾਂ ਵਿਆਹੀ ਹੋਈ ਸੀ ਉਹ 47 ਤੋਂ? ਨਹੀਂ, ਉਹ ਛੋਟੀ ਜੀ ਸੀਗੀ ਜੀ। ਉਹਨੂੰ ਛੋਟੀ ਜੀ ਨੂੰ ਲੈ ਗਏ ਸੀਗੇ। ਉੱਥੇ ਰਹੀ ਫਿਰ ਕਿੰਨੇ ਸਾਲਾਂ ਬਾਅਦ ਉਹ ਤੁਹਾਡੀ? ਮੈਨੂੰ ਇਹ ਲੱਗਦਾ ਵੀ ਮੈਂ 1968 ਦੇ ਵਿੱਚ ਉੱਥੇ ਪੜ੍ਹਦਾ ਸੀ ਸ਼ਾਇਦ। ਮੈਂ ਤੀਸਰੀ ਸੀਗਾ, 58 ਤੇ 10 68 ਜੀ ਜੀ, ਕੋਈ 67 ਜਾਂ 68 ਦੀ ਗੱਲ ਹੈ, ਮੇਰੇ ਸਾਹਮਣੇ ਦੀ ਗੱਲ ਹੈ। ਮੈਂ ਛੋਟਾ ਜਿਹਾ ਸੀ ਉਦੋਂ, ਅਸੀਂ ਤਾਂ ਬੱਚੇ ਸੀ। ਸਾਡੇ ਸਾਹਮਣੇ ਜਦੋਂ ਮਤਲਬ ਉਹ ਆਈ ਤੇ ਉਹ ਆਪਣੇ ਭਰਾ ਕੋਲ ਆਈ ਸੀ? ਹਾਂ, ਉਹਨਾਂ ਦੀ ਕਿਸੇ ਨਾਲੋਂ ਨਾਲ ਸੀ, ਮੇਰੇ ਮਾਮਾ ਜੀ ਦਾ ਤੇ ਮੇਰੇ ਦੂਸਰੇ ਮਾਮਾ ਜੀ ਦਾ ਘਰ ਨਾਲੋਂ ਨਾਲ ਸੀ ਜੀ। ਉਹ ਮਿਲਣ ਕਿਹਨੂੰ ਆਈ ਸੀ ਜੀ? ਉਹਨਾਂ ਦਾ ਕੀ ਰਿਸ਼ਤਾ? ਪਰਿਵਾਰ 'ਚ ਹੀ ਆਈ ਸੀਗੀ। ਉੱਥੇ ਕੋਈ ਪਿੰਡ ਦੇ ਵਿੱਚ ਨਾ ਕੋਈ ਮਹਾਜਨ ਸੀ, ਉਹ ਮਹਾਜਨਾਂ ਦੀ ਕੋਈ ਲੜਕੀ ਉੱਥੇ ਵਿਆਹੀ ਹੋਈ ਸੀ, ਪੁਰਾਣੀ ਬੁੜੀ, ਉਹ ਨਾਲ ਉਹਦੇ ਨਾਲ ਆਈ ਸੀ। ਉਹਦਾ ਮਨ ਤਾਂ ਕਰਦਾ ਸੀ। ਹਾਏ ਹਾਏ। ਹਾਂਜੀ ਹਾਂ। ਤੇ ਨਾਲ ਬੱਚਾ ਵੀ ਸੀ ਕੋਈ ਉਹਦਾ? ਹਾਂ, ਛੋਟੀ ਬੱਚੀ ਸੀ। ਤੇ ਹੁਣ ਤੁਸੀਂ ਫਿਰ ਕਦੋਂ ਪਤਾ ਕੀਤਾ ਵੀ ਉਹ ਤੁਰ ਗਈ ਦੁਨੀਆ ਤੋਂ? ਉਹ ਮੈਨੂੰ ਉਹਦੇ ਬਾਰੇ ਪਤਾ ਸੀਗਾ ਜੀ, ਪਤਾ ਲੱਗ ਗਿਆ ਸੀ ਮੈਨੂੰ। ਉਸ ਤੋਂ ਬਾਅਦ ਮੈਂ ਕਾਫੀ ਦੇਰ ਬਾਅਦ ਜਦੋਂ, ਤੇ ਉਹ ਉਦੋਂ ਵੀ ਮੈਨੂੰ ਇਹ ਲੱਗਦੀ ਸੀ ਵੀ ਉਹ ਜਿਵੇਂ ਮਠਿਆਰ ਹੋਵੇ।
ਅੱਛਾ ਅੱਛਾ। ਹਾਂਜੀ ਕਿਉਂਕਿ ਉਹ ਛੋਟੀ ਜੀ ਸੀ, ਉਹਨੂੰ ਇੱਕ ਵਾਰ ਲੈਣ ਗਏ ਸੀ, ਉਹਨੇ ਉਹਨਾਂ ਨੂੰ ਜਵਾਬ ਦੇਤਾ ਸੀ ਵੀ ਉਹਨੂੰ ਡਰ ਸੀ ਵੀ ਕਿਤੇ ਮਾਰ ਨਾ ਦੇਣ। ਅਸਲ ਦੇ ਵਿੱਚ ਇਹ ਸੀ ਵੀ 1947 ਦੇ ਵਿੱਚ ਜਦੋਂ ਉੱਥੇ ਹੱਲਾ ਗੁੱਲਾ ਪਿਆ, ਕਿਉਂਕਿ ਉਹ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ, ਉਸ ਪਿੰਡ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਜ਼ਿਆਦਾ ਮਾਰੇ ਗਏ ਨੇ। ਮੇਰੇ ਖਿਆਲ ਉਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਉੱਥੋਂ ਦਾ ਹੀ ਹੋਇਆ ਜਾਂ ਫਿਰ ਡਸਕੇ ਹੋਇਆ। ਹਾਂਜੀ। ਅਤੇ ਉੱਥੇ ਜਦੋਂ ਉਹਨੂੰ ਮਤਲਬ ਉਹ ਸਾਰੀਆਂ ਲੜਕੀਆਂ ਇਕੱਠੀਆਂ ਕਰ ਲਈਆਂ, ਧਾੜ ਵੀ ਅੱਡੋ ਅੱਡ ਜਗ੍ਹਾ 'ਤੇ ਲੈ ਗਏ, ਜਿਵੇਂ ਕਿਸ਼ਨਗੜ੍ਹ ਸਾਈਡੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕਈ ਔਰਤਾਂ ਸੀਗੀਆਂ। ਜੀ ਜੀ। ਅਤੇ ਸੰਤੋ ਉਹਨੂੰ ਕਹਿੰਦੇ ਸੀ, ਉਹ ਚੰਗੇ ਇੱਕ ਪਰਿਵਾਰ ਦੀ ਸੀ, ਰੱਜੇ ਪੁੱਜੇ ਸਾਹੋਕੇ ਪਿੰਡ ਦੀ ਸੀਗੀ ਉਹ। ਸਾਹੋਕੇ ਦੀ? ਸਾਹੋਕੇ ਜਿਹੜੇ ਲੌਂਗੋਵਾਲ ਦੇ ਕੋਲ ਸਾਹੋਕੇ ਪਿੰਡ, ਉੱਥੋਂ ਦੀ ਸੀਗੀ ਜੀ ਉਹ। ਅਤੇ ਬੜੀ ਸੁਨੱਖੀ ਸੀ, ਮੈਂ ਉਹਨੂੰ ਅਕਸਰ ਮਿਲਦਾ ਰਹਿੰਦਾ ਸੀ, ਮੇਰਾ ਵੈਸੇ ਉਹਦੇ ਨਾਲ ਮੋਹ ਸੀ। ਉਹ ਵੀ ਤੁਹਾਡੇ ਨਾਲ ਮੋਹ ਰੱਖਦੀ ਹੋਊ, ਥੋੜ੍ਹਾ ਜਿਹਾ ਧਰਮ ਕਰਕੇ ਹੁੰਦਾ ਨਾ ਜੀ। ਅਤੇ ਉਹਦੇ ਪਰਿਵਾਰ ਦੇ ਵੀ ਮਾਰੇ ਗਏ ਸੀ? ਹਾਂਜੀ, ਉਹਦੇ ਪਰਿਵਾਰ ਦੇ ਵੀ ਮਾਰੇ ਗਏ ਸੀ। ਅਤੇ ਜਿਹੜੀ ਮੇਰੀ ਮਾਸੀ ਸੀ, ਇਹ ਉਦੋਂ ਜਦੋਂ ਇਹ ਸਾਰਾ ਰੌਲਾ ਰੱਪਾ ਪਿਆ, ਉੱਥੋਂ ਮੇਰੀ ਮਾਂ ਤਾਂ ਪਹਿਲਾਂ ਹੀ ਇੱਥੇ ਹੀ ਸੀਗੀ। ਉਹ ਮੇਰੀ ਮਾਂ ਦੀ ਵੀ ਇੱਕ ਸਟੋਰੀ ਉਸ ਤਰ੍ਹਾਂ ਮੈਨੂੰ ਇੱਕ ਵਾਰ ਦੱਸਿਆ ਮੇਰੀ ਮਾਂ ਨੇ, ਇੱਕ ਕਹਾਣੀ, ਕਿ ਜਦੋਂ ਉੱਥੋਂ ਨਾ ਟ੍ਰੇਨ ਆ ਰਹੀ ਸੀਗੀ ਇੱਧਰੋਂ, ਜਿਹੜੀ ਇਹ ਲੁਧਿਆਣੇ ਵਾਲੀ ਟ੍ਰੇਨ ਹੈ ਜਾਖਲ ਜਾਂਦੀ ਹੈ, ਉਹ ਜਾਖਲ 'ਤੇ ਗੁਰਨੇ ਸਟੇਸ਼ਨ ਪੈਂਦਾ ਉੱਥੇ, ਉੱਥੋਂ ਮੇਰੇ ਬਾਪੂ ਜੀ ਉਹਨੂੰ ਲੈ ਕੇ ਜਦੋਂ ਇੱਧਰ ਨੂੰ ਆਏ ਅਤੇ ਸਟੇਸ਼ਨ ਤੋਂ ਟ੍ਰੇਨ ਨਿਕਲ ਗਈ ਜੀ। ਉਹ ਗੱਡੀ ਨਿਕਲੀ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਡੰਡੀ ਚੱਲ ਪਏ, ਉਹ ਇੱਧਰ ਨੂੰ ਆ ਗਏ, ਮੋਫਰਵਾਲ ਨੂੰ ਚੱਲ ਪਏ। ਅਤੇ ਜਿਹੜੀ ਉਹ ਟ੍ਰੇਨ ਸੀ, ਉਹ ਸਾਰੀ ਦੀ ਸਾਰੀ ਮਾਨਸਾ ਆ ਕੇ ਇੰਜਣ ਵੱਖ ਕਰਕੇ ਸਾਰੀ ਦੀ ਸਾਰੀ ਵੱਢੀ ਗਈ ਸੀ ਅਤੇ ਟ੍ਰੇਨ। ਅੱਛਾ ਅੱਛਾ ਅੱਛਾ। ਅਤੇ ਉਹ ਮਾਸੀ ਮੇਰੀ ਜਦੋਂ ਉਹ ਉੱਥੋਂ ਮਤਲਬ ਉਹਨੂੰ ਲੈ ਗਏ ਉਹ ਛੋਟੀ ਜੀ ਨੂੰ, ਇੱਕ ਮੇਰੀ ਚਾਚੀ ਸੀ ਜਿਹੜੀ ਦਿਨੋਂ ਇੱਥੇ ਆ ਨਾਲ ਵਾਲੇ ਘਰ ਦੇ ਵਿੱਚ ਹੀ ਇੱਥੇ ਹੈਗੀ ਆ, ਉਹ ਤਾਂ ਮਰ ਗਈ ਵਿਚਾਰੀ। ਹੁਣ ਉਹ ਵੀ ਨਾਲ ਸੀ, ਉਹਨੇ ਤਾਂ ਕਹਿਤਾ ਵੀ ਮੈਨੂੰ ਤਾਂ ਅੱਖਾਂ ਤੋਂ ਦਿੰਦਾ ਨਹੀਂ, ਮੈਂ ਤਾਂ ਅੰਨੀ ਆ, ਉਹਨੂੰ ਛੱਡ ਕੇ ਕਹਿੰਦੇ ਇਹ ਤੋਂ ਕੀ ਕਰਾਉਣਾ। ਅਤੇ ਮਾਸੀ ਨੂੰ ਲਾਈਏ ਜੀ, ਲਿਜਾ ਕੇ ਉਹ ਕਿਸੇ ਨੇ ਘਰ ਰੱਖ ਲਿਆ। ਉਹਦੇ ਘਰ ਰੱਖਣ ਤੋਂ ਬਾਅਦ ਉਹ ਬਹੁਤ ਸਾਲ ਉੱਥੇ ਰਹੀ। ਫਿਰ ਉਹਨੂੰ ਇਹ ਲੈਣ ਵੀ ਗਏ ਸੀ 10 ਦਿਨ, ਉਹ ਆਈ ਨਹੀਂ, ਉਹ ਡਰ ਗਈ। ਉਹਨੂੰ ਕਹਿਤਾ ਉਹ ਤੈਨੂੰ ਮਾਰਨਗੇ, ਤੇਰੇ ਇਹਨਾਂ ਭਾਈਆਂ ਨੂੰ ਅਸੀਂ ਮਾਰ ਦਿਆਂਗੇ। ਉਹਨੇ ਵਿਚਾਰੀ ਨੇ ਕਹਿਤਾ ਵੀ ਮੈਂ ਨਹੀਂ ਜਾਣਾ ਹੈਗਾ, ਵੀ ਤੁਸੀਂ ਭੱਗ ਜਾਓ ਇੱਥੇ, ਤੁਹਾਨੂੰ ਇਹ ਮਾਰ ਦੇਣਗੇ। ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਸੁਰਤ ਆਈ, ਉਹ ਸੁਰਤ ਉਹਦੇ ਬੱਚੀ ਵੀ ਸੀਗੀ ਕੋਲੇ, ਉਹ ਲੈ ਕੇ ਗਏ ਜਦੋਂ ਉੱਥੇ ਘਰ ਮਾਮੀ ਸੀ ਉਸ ਵਕਤ ਉੱਥੇ। ਮਾਮਾ ਤਾਂ ਸ਼ਾਇਦ ਉਹਨਾਂ ਦਿਨਾਂ 'ਚ ਮਰ ਗਿਆ ਸੀ, ਉਹ ਕਪੂਰਦੀਨ ਤਾਂ। ਅਤੇ ਬੜਾ ਮਾਮੀ ਮੇਰੀ ਨੇ ਕਾਫੀ ਜ਼ਿਆਦਾ ਉਹਦੇ ਨਾਲ ਗੁੱਸੇ ਪੈੜੇ ਹੋਈ, ਉਹ ਕਾਫੀ ਜ਼ਿਆਦਾ ਬੁਰਾ ਭਲਾ ਜਾਂ ਮੈਨੂੰ ਉਹਨਾਂ ਦਿਨਾਂ 'ਚ ਵੀ ਮਹਿਸੂਸ ਹੋਇਆ। ਮੈਂ ਬੱਚਾ ਸੀ, ਹਾਲਾਂਕਿ ਛੋਟਾ ਜਿਹਾ ਸੀ ਮੈਂ, ਮੇਰੇ ਖਿਆਲ 8 ਤੋਂ 10 ਸਾਲ ਦੇ ਵਿੱਚ ਸੀਗਾ, ਪਰ ਉਦੋਂ ਉਸ ਤਰ੍ਹਾਂ ਬਸ ਮੈਨੂੰ ਬੁਰਾ ਹੀ ਲੱਗਿਆ, ਮੈਂ ਅੱਗੇ ਕੁਝ ਨਹੀਂ ਬੋਲ ਸਕਿਆ। ਉਸ ਤੋਂ ਬਾਅਦ ਮੈਂ 94 ਦੇ ਵਿੱਚ ਜਦੋਂ ਪਾਕਿਸਤਾਨ ਗਿਆ, ਪਾਕਿਸਤਾਨ ਜਾਣ ਤੋਂ ਬਾਅਦ ਉੱਥੇ ਮੈਂ ਵੇਖੇ ਰਿਸ਼ਤੇ ਕਿਵੇਂ ਨਿਭਦੇ ਨੇ ਜੀ। ਸਾਡੀ ਭੂਆ ਸੀ ਸਰਾਈ ਸਿੱਧੂ, ਸਾਡਾ ਇੱਥੇ ਤਾਇਆ ਜੀ ਆਪਣਾ ਸਿਹਾਬਦੀਨ, ਉਹਦੀ ਭੈਣ ਸੀ, ਉਹ ਸਾਡੇ ਸਕਿਆਂ 'ਚ ਵੀ ਸੀ। ਉਹਦੇ ਕੋਲ ਮੈਂ ਗਿਆ, ਉਹਨੇ ਮੈਨੂੰ ਦੱਸਿਆ ਕਿ ਮੇਰੀ ਜਿਹੜੀ ਨਾਨਕ ਸ਼ੱਕ ਹੈ, ਸਾਡੇ ਘੁੱਦੂ ਵਾਲਾ ਪਿੰਡ ਹੈ, ਉੱਥੋਂ ਦੇ ਸਾਡੇ ਇਵਰਾ, ਸਾਡਾ ਤਾਇਆ ਸੀ ਉਹ ਇਵਰਾ, ਉਹ ਭਰਦੇ ਸੀ। ਐਸੇ ਤਰ੍ਹਾਂ ਹੀ ਜਿਹੜੀ ਨਾਨਕ ਸ਼ੱਕ ਸੀ, ਰਤਨਗੜ੍ਹ ਪਿੰਡ ਹੈ ਹਰਿੰਦਰ ਰਤੀਏ ਦੇ ਕੋਲੇ, ਉੱਥੋਂ ਦੀ ਉਹਨਾਂ ਦੀ ਸਾਡੇ ਮੇਰੀ ਮਿਸਿਸ ਦੇ ਫੁੱਫੜ ਦੀ ਭੈਣ ਸੀ, ਉਹਦੀਆਂ ਜਿਹੜੀਆਂ ਸ਼ੱਕਾਂ ਸੀ ਉਹਦੇ ਨਾਨਕੇ ਭਰਦੇ ਸੀਗੇ। ਉਹ ਘੋੜੇ ਨਾਬ ਤੋਂ ਸੀਗੇ, ਘੋੜੇ ਨਾਬ ਹੀ ਬੋਲਦੇ ਸੀ ਉਹਨਾਂ ਨੂੰ, ਉਹ ਸਰਦਾਰਪੁਰੇ ਰਹਿੰਦੇ ਸੀਗੇ। ਉਧਰ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ ਜ਼ਿਆਦਾ ਨੇ ਉਸ ਪਾਸੇ ਹੀ ਨੇਗੀਆਂ। ਅਤੇ ਉਹ ਮਾਸੀ ਦੀ ਮੈਂ ਜਿਹੜੀ ਗੱਲ ਤੁਹਾਨੂੰ ਮੈਂ ਫਿਰ ਦੂਸਰੇ ਪਾਸੇ ਚਲਾ ਜਾਂਦਾ ਜੀ। ਅਤੇ ਉਹ ਮਾਸੀ ਵਿਚਾਰੀ ਦਾ ਫਿਰ ਜਦੋਂ ਮੈਂ ਹਾਲ ਵੇਖਿਆ, ਬਹੁਤ ਮਾੜਾ ਹਾਲ ਸੀ। ਉਸ ਤੋਂ ਬਾਅਦ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਚਲੋ ਮਾਸੀ ਨੂੰ ਮੈਂ ਮਿਲਾਂ, ਅਤੇ ਉਸ ਵਕਤ ਉਹ ਵਿਚਾਰੀ ਮਰ ਚੁੱਕੀ ਸੀ। ਲਓ ਜੀ, ਇਹ 47 ਦੇ ਦਰਦ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੁਰਦੇ ਆ ਜੀ। ਇਹ ਹਵਾਵਾਂ 'ਚ ਤੈਰਦੇ ਆ, ਲਹੂ 'ਚ ਰੀਂਗਦੇ ਆ। ਇਹ ਸ਼ਾਇਦ ਜਦ ਤੱਕ ਪੰਜਾਬੀ ਆ, ਇਹ ਵੰਡ ਦੇ ਦੁਖੜੇ ਮੁੱਕਣੇ ਨਹੀਂ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ।